ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਕਬਾਇਲੀ ਸਮਾਜ ਵਿੱਚ ਤਬਦੀਲੀਆਂ। ਸੋ ਇਸ ਵਿਸ਼ੇ ਦੇ ਵਿੱਚ ਪੜ੍ਹਾਂਗੇ ਕਿ ਕਬਾਇਲੀ ਸਮਾਜ ਕੀ ਹੈ, ਸਮਾਜ ਕਿਵੇਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ, ਜਿਸ ਦੇ ਵਿੱਚੋਂ ਇੱਕ ਸਮਾਜ ਕਬਾਇਲੀ ਹੈ ਅਤੇ ਕਿਸ ਤਰ੍ਹਾਂ ਦੀਆਂ ਸਮਾਜਿਕ ਤੌਰ ਉੱਤੇ, ਆਰਥਿਕ ਤੌਰ ਉੱਤੇ ਜਾਂ ਰਾਜਨੀਤਿਕ ਤੌਰ ਦੇ ਉੱਤੇ ਤਬਦੀਲੀਆਂ ਕਬਾਇਲੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ। ਸੋ ਅੱਜ ਕੱਲ੍ਹ ਇਹ ਕਹਿ ਸਕਦੇ ਹਾਂ, ਸਭ ਤੋਂ ਪਹਿਲਾਂ ਤਾਂ ਇਹੀ ਗੱਲ ਕਰਾਂਗੇ ਕਿ ਜੋ ਆਪਣਾ ਸਮਾਜ ਹੈ, ਸਮਾਜ ਇੱਕ ਮਾਨਵ ਸੰਬੰਧਾਂ ਦਾ ਜਾਲ ਹੈ, ਜਿੱਥੇ ਇੱਕ ਵਿਅਕਤੀ ਦੂਸਰੇ ਨਾਲ ਮਿਲ ਕੇ ਅੰਤਰ ਕਿਰਿਆਵਾਂ ਕਰਦਾ ਹੈ ਅਤੇ ਇਸ ਸਮਾਜ ਦਾ ਹਿੱਸਾ ਬਣਦਾ ਹੈ। ਇਸ ਤੋਂ ਇਲਾਵਾ ਸਮਾਜ ਦੇ ਵਿੱਚ ਲੋਕ ਵੱਖੋ ਵੱਖਰੀਆਂ ਉਹਨਾਂ ਦੀਆਂ ਜਾਤ, ਵੱਖੋ ਵੱਖਰੇ ਲਿੰਗ ਜਾਂ ਉਹਨਾਂ ਦਾ ਜੋ ਨਸਲ ਹੈ ਉਹ ਵੱਖੋ ਵੱਖਰੀ ਹੁੰਦੀ ਹੈ, ਜਾਤੀ ਤੇ ਵਰਗ ਵੱਖੋ ਵੱਖਰਾ ਹੁੰਦਾ ਹੈ। ਤੇ ਵੱਖ-ਵੱਖ ਹੋਣ ਦੇ ਬਾਵਜੂਦ ਵੀ ਇਹ ਸਾਰੇ ਲੋਕ ਇੱਕ ਦੂਜੇ ਨਾਲੋਂ ਅਲੱਗ ਹੋਣ ਦੇ ਬਾਵਜੂਦ ਇਕੱਠੇ ਮਿਲ ਕੇ ਅੰਤਰ ਕਿਰਿਆਵਾਂ ਕਰਦੇ ਹਨ ਅਤੇ ਸਮਾਜ ਦਾ ਹਿੱਸਾ ਬਣਦੇ ਹਨ। ਅਤੇ ਇਹਨਾਂ ਵਿੱਚੋਂ ਹੀ ਇੱਕ ਅਜਿਹਾ ਸਮਾਜ ਹੈ ਜਿਸ ਨੂੰ ਕਬੀਲੇ ਦਾ ਜਾਂ ਕਬਾਇਲੀ ਸਮਾਜ ਦਾ ਨਾਮ ਦਿੱਤਾ ਗਿਆ। ਸੋ ਕਬਾਇਲੀ ਸਮਾਜ ਜੋ ਕੀ ਹੈ, ਜਿਵੇਂ ਡੀ.ਐਨ. ਮਜੁਮਦਾਰ ਦੇ ਅਨੁਸਾਰ ਜੇ ਇਸ ਦੀ ਪਰਿਭਾਸ਼ਾ ਦਾ ਵਰਣਨ ਕਰੀਏ ਤਾਂ ਇਹ ਇੱਕ ਕਬੀਲਾ ਪਰਿਵਾਰਾਂ ਦਾ ਇੱਕ ਸਮੂਹ ਹੈ। ਉਹ ਸਾਰੇ ਪਰਿਵਾਰਾਂ ਦਾ ਇੱਕ ਇਕੱਠ ਹੈ ਜਾਂ ਸਮੂਹ ਹੈ, ਜਾਂ ਇਹਨਾਂ ਦਾ ਇੱਕ ਸਾਂਝਾ ਨਾਮ ਹੁੰਦਾ ਹੈ, ਸਾਂਝੇ ਨਾਮਾਂ ਵਾਲਾ ਪਰਿਵਾਰ ਹੁੰਦਾ ਹੈ। ਸੋ ਪਰਿਵਾਰਾਂ ਦਾ ਸਮੂਹ ਜਿਸ ਦੇ ਮੈਂਬਰ ਇੱਕੋ ਖੇਤਰ ਵਿੱਚ ਰਹਿੰਦੇ ਹਨ, ਉਹੀ ਭਾਸ਼ਾ ਬੋਲਦੇ ਹਨ, ਵਿਆਹ, ਪੇਸ਼ਾ ਜਾਂ ਕਿੱਤੇ ਦੇ ਨਾਲ ਸੰਬੰਧ ਵਿੱਚ ਕੁਝ ਪਾਬੰਦੀਆਂ ਦੀ ਵੀ ਪਾਲਣਾ ਕਰਦੇ ਹਨ ਅਤੇ ਘਰ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਦੇ ਹਨ। ਪਰਸਪਰਤਾ ਅਤੇ ਜ਼ਿੰਮੇਵਾਰੀ ਵੀ ਆਪਸੀ ਪ੍ਰਣਾਲੀ ਦੇ ਵਿੱਚ ਹੀ ਸ਼ਾਮਿਲ ਹੁੰਦੀ ਹੈ। ਸੋ ਜੇ ਸਧਾਰਨ ਜਾਂ ਸਰਲ ਸ਼ਬਦਾਂ ਦੇ ਵਿੱਚ ਕਬੀਲੇ ਦੀ ਪਰਿਭਾਸ਼ਾ ਜਾਂ ਇਸ ਦੇ ਅਰਥ ਬਾਰੇ ਦੇਖੀਏ ਤਾਂ ਇਹ ਪਤਾ ਲੱਗਦਾ ਹੈ ਕਿ ਸਮਾਜ ਤਿੰਨ ਭਾਗਾਂ 'ਚ ਵੰਡਿਆ ਹੋਇਆ ਹੈ, ਜਿਸ ਦੇ ਵਿੱਚ ਉਹ ਲੋਕ ਜੋ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਆਦੀਵਾਸੀ ਵੀ ਕਿਹਾ ਜਾਂਦਾ ਹੈ, ਉਹ ਕਬਾਇਲੀ ਸਮਾਜ ਦਾ ਹਿੱਸਾ ਹਨ। ਸੋ ਇੱਕ ਕਬੀਲਾ, ਉਸ ਦੇ ਵਿੱਚ ਉਹ ਲੋਕ ਸ਼ਾਮਿਲ ਹੋਣਗੇ ਜਿਨ੍ਹਾਂ ਦਾ ਆਪਣਾ ਹੀ ਇੱਕ ਨਾਮ ਹੋਏਗਾ ਆਪਣੇ ਪਰਿਵਾਰ ਦਾ, ਜਿਨ੍ਹਾਂ ਦੇ ਵੰਸ਼ਜ ਵੀ ਇੱਕੋ ਜਿਹੇ ਹੋਣਗੇ, ਜੋ ਇੱਕ ਭੂਗੋਲਿਕ ਖੇਤਰ ਦੇ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਆਪਣੀ ਹੀ ਭਾਸ਼ਾ ਹੈ ਅਤੇ ਉਹ ਭਾਸ਼ਾ ਲਿਖਤੀ ਰੂਪ ਦੇ ਵਿੱਚ ਨਹੀਂ ਹੁੰਦੀ। ਹੁਣ ਪੇਂਡੂ ਸਮਾਜ ਅਤੇ ਸ਼ਹਿਰੀ ਸਮਾਜ ਦੇ ਨਾਲ ਜੇ ਕਬਾਇਲੀ ਸਮਾਜ ਦੀ ਤੁਲਨਾ ਕਰੀਏ ਤਾਂ ਇੱਥੇ ਇਹ ਕਹਿਣਾ ਸਹੀ ਹੋਏਗਾ ਕਿ ਸ਼ਹਿਰੀ ਸਮਾਜ ਅਤੇ ਪੇਂਡੂ ਸਮਾਜ ਦੇ ਵਿੱਚ ਜੋ ਲੋਕਾਂ ਦਾ ਰਹਿਣ ਸਹਿਣ ਦਾ ਢੰਗ ਹੈ ਜਾਂ ਉਹਨਾਂ ਦਾ ਖਾਣ ਪੀਣ ਦਾ ਢੰਗ, ਉਹਨਾਂ ਦੀਆਂ ਨੌਕਰੀਆਂ ਜਾਂ ਫਿਰ ਜੋ ਭਾਸ਼ਾ ਹੈ, ਇਹ ਸਭ ਕੁਝ ਆਧੁਨਿਕ ਢੰਗ ਦੇ ਵਾਂਗ ਹੈ ਜਾਂ ਭਾਸ਼ਾ ਲਿਖਤੀ ਰੂਪ ਦੇ ਵਿੱਚ ਵੀ ਹੈ। ਪਰ ਕਬੀਲੇ ਦੇ ਵਿੱਚ ਜਾਂ ਕਬਾਇਲੀ ਸਮਾਜ ਦੇ ਵਿੱਚ ਜਿੰਨੇ ਵੀ ਲੋਕ ਹਨ, ਉਹਨਾਂ ਦੀ ਭਾਸ਼ਾ ਲਿਖਤੀ ਰੂਪ ਦੇ ਵਿੱਚ ਨਹੀਂ ਹੈ। ਉਹ ਸਾਰੇ ਲੋਕ ਸੱਭਿਅ ਸਮਾਜ ਤੋਂ ਬਿਲਕੁਲ ਹੀ ਵੱਖ ਰਹਿੰਦੇ ਹਨ, ਜੰਗਲਾਂ ਦੇ ਉੱਤੇ, ਪਹਾੜਾਂ ਦੇ ਉੱਤੇ ਰਹਿੰਦੇ ਹਨ ਅਤੇ ਆਪਣਾ ਅਲੱਗ ਤੋਂ ਹੀ ਇੱਕ ਜੀਵਨ ਬਤੀਤ ਕਰਦੇ ਹਨ। ਇਹ ਵਿਅਕਤੀ ਜੋ ਕਬੀਲੇ ਦੇ ਹਨ, ਇਹ ਦੂਸਰੇ ਸੱਭਿਅ ਲੋਕਾਂ ਦੀ ਜੋ ਦਖਲ ਅੰਦਾਜ਼ੀ ਹੈ ਉਹ ਆਪਣੇ ਸਮਾਜ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਸਮੁਦਾਇ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਇਹ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਹਨ ਅਤੇ ਇਹਨਾਂ ਨੂੰ ਇਹ ਹੈ ਕਿ ਜੇ ਇਹ ਸੱਭਿਅ ਸਮਾਜ ਦੇ ਨਾਲ ਸੰਬੰਧ ਸਥਾਪਿਤ ਕਰਨਗੇ ਤਾਂ ਕਿਤੇ ਨਾ ਕਿਤੇ ਸ਼ੋਸ਼ਣ ਵਰਗੀਆਂ ਸਮਾਜਿਕ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ। ਇਸ ਤੋਂ ਇਲਾਵਾ ਕਬਾਇਲੀ ਸਮਾਜ ਦਾ ਮੁੱਖ ਪੇਸ਼ਾ ਜਾਂ ਮੁੱਖ ਕਿੱਤਾ ਸ਼ਿਕਾਰ ਕਰਨਾ ਹੈ। ਇਸ ਤੋਂ ਇਲਾਵਾ ਭੋਜਨ ਇਕੱਠਾ ਕਰਨਾ। ਸ਼ਿਕਾਰ ਅਤੇ ਭੋਜਨ ਇਕੱਠਾ ਕਰਨ ਤੋਂ ਇਲਾਵਾ ਕੁਝ ਹੋਰ ਪੇਸ਼ਿਆਂ ਦੇ ਵਿੱਚ ਵੀ ਇਹ ਜੋ ਕਬਾਇਲੀ ਸਮਾਜ ਦੇ ਲੋਕ ਹਨ ਇਹ ਸ਼ਾਮਿਲ ਹਨ, ਜਿਵੇਂ ਕਿ ਮੱਛੀ ਫੜਨਾ, ਪਸ਼ੂ ਚਾਰਨਾ, ਝੂਮ ਖੇਤੀ ਕਰਨਾ, ਜਿਸ ਨੂੰ ਸ਼ਿਫਟਿੰਗ ਕਲਟੀਵੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਇਹ ਜੋ ਕਬੀਲੇ ਹਨ ਇਹ ਜੰਗਲ ਤੋਂ ਹੀ ਕਾਫੀ ਕੁਝ ਇਕੱਠਾ ਕਰਕੇ, ਜਿਵੇਂ ਭੋਜਨ ਇਕੱਠਾ ਕਰਕੇ ਜਾਂ ਗੋਂਦ ਇਕੱਠੀ ਕਰਦੇ ਹਨ ਜੋ ਬਾਜ਼ਾਰਾਂ ਦੇ ਵਿੱਚ ਵੇਚੀ ਜਾਂਦੀ ਹੈ, ਜਾਂ ਇਸ ਤੋਂ ਇਲਾਵਾ ਬਾਂਸ ਦੀਆਂ ਟੋਕਰੀਆਂ ਬਣਾਉਂਦੇ ਹਨ, ਲੱਕੜ 'ਤੇ ਮੀਨਾਕਾਰੀ ਕਰਦੇ ਹਨ, ਜਾਂ ਲੱਕੜ ਦੇ ਕਈ ਤਰ੍ਹਾਂ ਦੇ ਔਜ਼ਾਰ ਵੀ ਬਣਾਏ ਜਾਂਦੇ ਹਨ ਹੱਥਾਂ ਦੇ ਨਾਲ, ਜਿਸ ਨੂੰ ਖੇਤੀ ਦੇ ਵਿੱਚ ਜਾਂ ਹੋਰ ਸਾਦੇ ਢੰਗ ਦੇ ਨਾਲ ਇਸਨੂੰ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਬਾਇਲੀ ਸਮਾਜ ਦੇ ਲੋਕਾਂ ਦੇ ਵਿੱਚ ਜੋ ਕਲਾ ਹੈ, ਜੋ ਆਰਟ ਹੈ, ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਤੇ ਪੁਰਾਤਨ ਢੰਗ ਦੀ ਹੈ, ਜਿਸ ਦੇ ਵਿੱਚ ਮਿੱਟੀ ਦੇ ਭਾਂਡੇ ਬਣਾਉਣਾ, ਕਲੇ ਦੇ ਖਿਡੌਣੇ ਬਣਾਉਣਾ ਆਦਿ ਇਹ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ। ਇੱਥੇ ਇਹ ਜੋ ਲੋਕ ਹਨ ਇਹ ਸੰਸਕ੍ਰਿਤੀ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹੁੰਦੇ ਹਨ ਅਤੇ ਇਹ ਜੋ ਕਬਾਇਲੀ ਸਮਾਜ ਦੇ ਕਬੀਲੇ ਦੇ ਜਾਂ ਆਦੀਵਾਸੀ ਲੋਕ ਹਨ, ਇਹਨਾਂ ਨੇ ਆਪਣੇ ਤਨ ਨੂੰ ਢੱਕਣ ਲਈ ਕੋਈ ਵੀ ਕੱਪੜਾ ਦਾ ਇਸਤੇਮਾਲ ਨਹੀਂ ਕਰਦੇ।
ਕੁਝ ਕਬੀਲਿਆਂ ਦੇ ਵਿੱਚ ਹੁਣ ਪਰਿਵਰਤਨ ਆ ਗਏ ਹਨ, ਜਿਵੇਂ ਆਪਾਂ ਇਸ ਵਿਸ਼ੇ ਦੇ ਵਿੱਚ ਹੀ ਅੱਗੇ ਗੱਲ ਕਰਾਂਗੇ। ਸੋ ਪਰਿਵਰਤਨਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਸ ਢੰਗ ਨਾਲ ਉਹ ਸਿਰਫ ਆਪਣੇ ਤਨ ਨੂੰ ਢੱਕਦੇ ਨਹੀਂ ਸੀ ਹੁੰਦੇ, ਜਾਂ ਫਿਰ ਸਿਰਫ ਪੱਤਿਆਂ ਦੇ ਨਾਲ ਤਨ ਨੂੰ ਢੱਕਿਆ ਹੁੰਦਾ ਸੀ, ਔਰ ਹੁਣ ਕਿਵੇਂ ਉਹ ਸੱਭਿਅ ਸਮਾਜ ਦਾ ਹਿੱਸਾ ਬਣ ਗਏ ਹਨ। ਤੇ ਇਸ ਤਰ੍ਹਾਂ ਦੀਆਂ ਜੋ ਪਰਿਵਰਤਨ ਹਨ ਸਮਾਜਿਕ ਤੌਰ ਦੇ ਉੱਤੇ, ਆਰਥਿਕ ਤੌਰ ਉੱਤੇ, ਉਹ ਦੇਖਣ ਨੂੰ ਮਿਲਦੇ ਹਨ। ਅਫਰੀਕਾ ਤੋਂ ਬਾਅਦ ਦੂਸਰੇ ਦਰਜੇ ਤੇ ਭਾਰਤ ਹੈ, ਜਿਸ ਦੇ ਵਿੱਚ ਕਬਾਇਲੀ ਸਮਾਜ ਦੀ ਸਭ ਤੋਂ ਵੱਧ ਜਨਸੰਖਿਆ ਹੈ, ਅਤੇ ਭਾਰਤ ਦੇ ਵਿੱਚ ਵੀ 4 ਤੋਂ 5 ਅਜਿਹੇ ਰਾਜ ਹਨ, ਉਦਾਹਰਨ ਦੇ ਤੌਰ ਤੇ ਜਿਵੇਂ ਮਿਜ਼ੋਰਮ, ਨਾਗਾਲੈਂਡ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਤ੍ਰਿਪੁਰਾ, ਜਿੱਥੇ ਜਨਸੰਖਿਆ ਕਬਾਇਲੀ ਸਮਾਜ ਦੀ 70% ਤੋਂ ਵੱਧ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਹੈ, ਉੜੀਸਾ ਹੈ, ਗੁਜਰਾਤ, ਰਾਜਸਥਾਨ, ਅਸਾਮ, ਬਿਹਾਰ, ਯੂਪੀ, ਸੋ ਜਿੱਥੇ ਕਬਾਇਲੀ ਸਮਾਜ ਦੀ ਜਨਸੰਖਿਆ ਪਾਈ ਜਾਂਦੀ ਹੈ। ਪੰਜਾਬ ਅਜਿਹਾ ਰਾਜ ਹੈ ਜਿੱਥੇ ਕਬਾਇਲੀ ਸਮਾਜ ਦੇ ਲੋਕ ਨਹੀਂ ਪਾਏ ਜਾਂਦੇ, ਪਰ ਹਾਂ ਕਿਸੇ ਹੋਰ ਰਾਜਾਂ ਤੋਂ ਆ ਕੇ ਪੰਜਾਬ ਦੇ ਵਿੱਚ ਜ਼ਰੂਰ ਰਹਿ ਰਹੇ ਹਨ, ਲੇਕਿਨ ਉਹਨਾਂ ਦੀ ਪੈਦਾਵਾਰ, ਉਹਨਾਂ ਦੀ ਪੈਦਾਇਸ਼ ਪੰਜਾਬ ਦੀ ਨਹੀਂ ਹੈ। ਇਸ ਤੋਂ ਇਲਾਵਾ ਇਹ ਉਹ ਲੋਕ ਹਨ ਜੋ ਅਨਪੜ੍ਹ ਹਨ, ਜੋ ਪੜ੍ਹੇ ਲਿਖੇ ਨਹੀਂ ਹਨ, ਜੋ ਇੱਕ ਵੱਖੋ ਢੰਗ ਦੀ ਸੰਸਕ੍ਰਿਤੀ ਨੂੰ ਅਪਣਾਉਂਦੇ ਹਨ। ਇਹਨਾਂ ਦਾ ਆਪਣਾ ਹੀ ਇੱਕ ਅਲੱਗ ਤੋਂ ਧਰਮ ਹੁੰਦਾ ਹੈ। ਧਰਮ ਦੇ ਆਧਾਰ ਦੇ ਉੱਤੇ ਕੀ ਹੈ, ਇਹ ਆਪਣਾ ਜ਼ਿੰਦਗੀ ਬਤੀਤ ਕਰਦੇ ਹਨ, ਅਤੇ ਜੋ ਕਲੈਨ ਹੈ ਉਹ ਉਸਦੇ ਨਾਲ ਵੀ ਆਪਣਾ ਜੋ ਸੰਬੰਧ ਹੈ ਉਹ ਸਥਾਪਿਤ ਕਰਦੇ ਹਨ, ਜਿਸ ਦੇ ਵਿੱਚ ਰਿਸ਼ਤੇਦਾਰੀਆਂ ਜਾਂ ਕਿਨਸ਼ਿਪ, ਜੋ ਕੰਸੈਪਟ ਆਪਾਂ ਪਹਿਲਾਂ ਵੀ ਪੜ੍ਹਿਆ ਸੀ, ਸੋ ਨਾਤੇਦਾਰੀ ਜਾਂ ਰਿਸ਼ਤੇਦਾਰੀ ਦਾ ਮਹੱਤਵ ਵੱਧ ਦੇਖਣ ਨੂੰ ਮਿਲਦਾ। ਕੋਈ ਆਵਾਜਾਈ ਦੇ ਸਾਧਨ ਨਹੀਂ, ਕੋਈ ਸਿਹਤ ਨਾਲ ਸੰਬੰਧਿਤ ਸੁਵਿਧਾਵਾਂ ਦਾ ਉਹਨਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ, ਜੋ ਲਾਸਟ ਲੈਕਚਰ ਦੇ ਵਿੱਚ ਵੀ ਆਪਾਂ ਕੀਤਾ ਸੀ, ਕਿ ਇਸ ਤਰ੍ਹਾਂ ਦੀਆਂ ਜੋ ਮੁਸ਼ਕਿਲਾਂ ਹਨ, ਸਮੱਸਿਆਵਾਂ ਹਨ, ਇਸ ਦੇ ਨਾਲ ਕਬਾਇਲੀ ਸਮਾਜ ਦੇ ਲੋਕ ਜੂਝਦੇ ਹਨ, ਕਿਉਂਕਿ ਸਿੱਖਿਆ ਦਾ ਪ੍ਰਸਾਰ ਨਹੀਂ ਹੈ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਕਬਾਇਲੀ ਸਮਾਜ ਦੇ ਵਿੱਚ ਅੰਤਰਜਾਤੀ ਵਿਆਹ ਜਾਂ ਆਪਣੇ ਕਬੀਲੇ ਦੇ ਵਿੱਚ ਵਿਆਹ ਪ੍ਰਚਲਿਤ। ਇਸ ਦਾ ਇਹ ਅਰਥ ਹੈ ਕਿ ਇੱਕ ਵਿਅਕਤੀ ਆਪਣੇ ਹੀ ਕਬੀਲੇ ਦੇ ਵਿੱਚ ਜਾਂ ਆਪਣੇ ਹੀ ਨਸਲ ਦੇ ਵਿੱਚ ਵਿਆਹ ਕਰਵਾਏਗਾ। ਸੋ ਜੇ ਕੋਈ ਵਿਅਕਤੀ ਆਪਣੇ ਕਬੀਲੇ ਤੋਂ ਬਾਹਰ ਵਿਆਹ ਕਰਵਾਉਂਦਾ ਹੈ ਜਾਂ ਆਪਣੀ ਨਸਲ ਤੋਂ ਬਾਹਰ ਵਿਆਹ ਕਰਵਾਉਂਦਾ ਹੈ, ਤਦ ਉਸ ਵਿਅਕਤੀ ਨੂੰ ਉਸ ਕਬੀਲੇ ਦੇ ਵਿੱਚੋਂ, ਉਸ ਨਸਲ ਦੇ ਵਿੱਚੋਂ ਬਾਹਰ ਨਿਕਾਲ ਦਿੱਤਾ ਜਾਂਦਾ ਹੈ, ਅਤੇ ਸਮਾਜਿਕ ਤੌਰ ਉੱਤੇ ਕੋਈ ਵੀ ਸੰਪਰਕ ਨਹੀਂ ਕੀਤਾ ਜਾਂਦਾ। ਕਈ ਥਾਵਾਂ ਤੇ ਕੜੀ ਜੋ ਪਨਿਸ਼ਮੈਂਟ ਹੈ, ਸਜ਼ਾ ਹੈ, ਉਹ ਵੀ ਦਿੱਤੀ ਜਾਂਦੀ ਹੈ। ਇਸ ਕਰਕੇ ਹਰ ਕਬੀਲੇ ਦਾ ਵਿਅਕਤੀ ਆਪਣੇ ਕਬੀਲੇ ਦੇ ਕਦਰਾਂ ਕੀਮਤਾਂ ਨੂੰ, ਆਪਣੇ ਕਬੀਲੇ ਦੇ ਨਿਯਮਾਂ ਦਾ ਪਾਲਣ ਕਰਦਾ ਹੈ। ਹਰ ਇੱਕ ਕਬੀਲੇ ਦਾ ਆਪਣਾ ਇੱਕ ਸਰਦਾਰ ਹੁੰਦਾ ਹੈ, ਆਪਣਾ ਇੱਕ ਚੀਫ ਜਾਂ ਹੈਡ ਹੁੰਦਾ ਹੈ, ਮੁਖੀਆ ਹੁੰਦਾ ਹੈ, ਜਿਸ ਦੀ ਪਾਲਣਾ ਜਾਂ ਜਿਸ ਦੇ ਉਦੇਸ਼ਾਂ ਦੀ, ਜਾਂ ਕਹਿ ਸਕਦੇ ਹਾਂ ਕਿ ਜਿਸ ਦੀ ਪਾਲਣਾ ਇੱਕ ਕਬੀਲੇ ਦੇ ਸਾਰੇ ਹੀ ਸਦੱਸਿਆਂ ਨੂੰ, ਸਾਰੇ ਹੀ ਮੈਂਬਰਾਂ ਨੂੰ ਕਰਨੀ ਪੈਂਦੀ ਹੈ। ਸੋ ਜੇ ਕੋਈ ਵਿਅਕਤੀ ਉਸ ਸਰਦਾਰ ਜਾਂ ਉਸ ਕਬੀਲੇ ਦੇ ਮੁਖੀਆ ਦੀ ਗੱਲ ਵੀ ਨਹੀਂ ਮੰਨਦਾ ਜਾਂ ਉਸਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਤਦ ਉਸਨੂੰ ਵੀ ਕੜੀ ਸਜ਼ਾ ਦਿੱਤੀ ਜਾਂਦੀ ਹੈ ਜਾਂ ਉਸ ਕਬੀਲੇ ਚੋਂ ਬਾਹਰ ਨਿਕਾਲ ਦਿੱਤਾ ਜਾਂਦਾ ਹੈ। ਸੋ ਇਸ ਨੂੰ ਅੰਤਰਜਾਤੀ ਵਿਆਹ ਸਮੂਹ ਵੀ ਕਿਹਾ ਜਾਂਦਾ ਹੈ, ਐਂਡੋਗੈਮਸ ਗਰੁੱਪ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਰੀਤੀ ਰਿਵਾਜ ਬੜੇ ਹੀ ਵੱਖਰੇ ਹਨ। ਇਹਨਾਂ ਦਾ ਗਹਿਣਿਆਂ ਦੇ ਨਾਲ ਪਿਆਰ, ਜੋ ਗਹਿਣੇ ਆਪ ਹੱਥਾਂ ਨਾਲ ਬਣਾਏ ਹੋਏ ਹੁੰਦੇ ਹਨ, ਅਤੇ ਪੁਰਾਤਨ ਢੰਗ ਦੇ ਗਹਿਣੇ ਜੋ ਅੱਜ ਕੱਲ੍ਹ ਦੇ ਆਧੁਨਿਕ ਸਮਾਜ ਦਾ ਹਿੱਸਾ ਨਹੀਂ। ਸੋ ਇਸ ਢੰਗ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਕਬਾਇਲੀ ਸਮਾਜ ਦਾ ਆਪਣੀ ਹੀ ਵੱਖ ਭਾਸ਼ਾ ਹੈ, ਆਪਣੇ ਹੀ ਢੰਗ ਦਾ ਵਿਵਹਾਰ ਲੋਕ ਆਪਣੇ ਹੀ ਲੋਕਾਂ ਨਾਲ ਕਰਦੇ ਹਨ, ਅਤੇ ਕਬਾਇਲੀ ਸਮਾਜ ਦੇ ਜੋ ਵੀ ਫੈਸਲੇ ਹੁੰਦੇ ਹਨ ਉਹ ਪੰਚਾਇਤ ਦੁਆਰਾ ਹੀ ਲਿੱਤੇ ਜਾਂਦੇ ਹਨ। ਕੋਈ ਵੀ ਕਿਸੇ ਵੀ ਚੀਜ਼ ਦਾ ਨਿਪਟਾਰਾ ਕਰਨਾ, ਕੋਈ ਵੀ ਜ਼ਰੂਰੀ ਫੈਸਲਾ ਲੈਣਾ, ਇਹ ਪਰਿਵਾਰ ਦੇ ਮੁਖੀਆ ਤੋਂ ਇਲਾਵਾ ਜੋ ਕਬੀਲੇ ਦਾ ਮੁਖੀਆ ਹੈ ਉਸ ਦੇ ਸਹਾਇਤਾ ਦੇ ਨਾਲ, ਤੇ ਉਸ ਦੇ ਨਾਲ ਨਾਲ ਪੇਂਡੂ ਪੰਚਾਇਤ ਕਹਿ ਸਕਦੇ ਹਾਂ, ਵਿਲੇਜ ਪੰਚਾਇਤ, ਸੋ ਪੰਚਾਇਤ ਦੇ ਮਨਜ਼ੂਰੀ ਦੇ ਵਿੱਚ, ਉਹਨਾਂ ਦੀ ਨਿਗਰਾਨੀ ਹੇਠ ਹੀ ਆ ਕੇ ਲਿੱਤੇ ਜਾ ਸਕਦੇ। ਅਤੇ ਕਬਾਇਲੀ ਸਮਾਜ ਦੇ ਵਿੱਚ ਵਿਆਹ ਦੀਆਂ ਜਿਹੜੀਆਂ ਪਰੰਪਰਾਵਾਂ ਹਨ ਉਹ ਵੀ ਬੜੀਆਂ ਪ੍ਰਾਚੀਨ ਢੰਗ ਦੇ ਨਾਲ ਹੁੰਦੀਆਂ ਹਨ, ਕਿਉਂਕਿ ਕਬਾਇਲੀ ਸਮਾਜ ਦੇ ਲੋਕ ਬਾਹਰਲੇ ਲੋਕਾਂ ਦੀ ਦਖਲ ਅੰਦਾਜ਼ੀ ਪਸੰਦ ਨਹੀਂ ਕਰਦੇ। ਪਰ ਇੱਥੇ ਜੇ ਪ੍ਰਾਚੀਨ ਸਮਾਜ ਤੋਂ ਆਧੁਨਿਕ ਸਮਾਜ ਵੱਲ ਜੇ ਪਰਿਵਰਤਨ ਹੋਇਆ ਹੈ, ਤਾਂ ਕਈ ਤਰ੍ਹਾਂ ਦੇ ਪਰਿਵਰਤਨ ਕਬਾਇਲੀ ਸਮਾਜ ਦੇ ਵਿੱਚ ਵੀ ਦੇਖਣ ਨੂੰ ਮਿਲੇ ਹਨ, ਜਿਸ ਦੇ ਨਾਲ ਕੁਝ ਸਕਾਰਾਤਮਕ ਢੰਗ ਦਾ ਜੋ ਨਤੀਜੇ ਹਨ ਉਹ ਨਿਕਲ ਕੇ ਆਏ ਹਨ, ਜਾਂ ਕਬਾਇਲੀ ਸਮਾਜ ਦੇ ਲੋਕਾਂ ਦਾ ਫਾਇਦਾ ਵੀ ਹੋਇਆ।
ਸੋ ਇਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਕੁਝ ਕਬੀਲਿਆਂ ਦੇ ਨਾਮ ਜੋ ਬਹੁਤ ਜ਼ਰੂਰੀ ਹਨ ਇੱਥੇ ਦੱਸਣੇ। ਹੋ, ਭੀਲ, ਗੌਂਡ ਕਬੀਲਾ, ਸੰਥਾਲ, ਖਾਸੀ, ਓਰੈਨੋਜ਼, ਮਿਨਾਜ਼, ਗੌਂਡਸ। ਸੋ ਇਹ ਕੁਝ ਨਾਮ ਹਨ ਕਬੀਲਿਆਂ ਦੇ। ਇਹ ਬੜੇ ਮਤਲਬ ਉਹ ਗੱਲ ਹੈ ਕਿ ਕਈ ਲੱਖਾਂ ਜਾਂ ਹਜ਼ਾਰਾਂ ਤਰ੍ਹਾਂ ਦੇ ਕਬੀਲੇ ਭਾਰਤ ਦੇ ਵਿੱਚ ਪਾਏ ਜਾਂਦੇ ਹਨ ਅਤੇ ਹਰ ਇੱਕ ਕਬੀਲਾ ਅੱਗੇ ਉਪ ਕਬੀਲਿਆਂ ਦੇ ਵਿੱਚ ਵੀ ਵੰਡਿਆ ਗਿਆ ਹੈ। ਹਰ ਇੱਕ ਕਬੀਲੇ ਦੇ ਵਿੱਚ ਵੀ ਅੱਗੇ ਕੁਝ ਕਬੀਲੇ ਪਾਏ ਜਾਂਦੇ ਹਨ। ਸੋ ਵੱਖੋ ਵੱਖਰੇ, ਜਿਵੇਂ ਗੋਤੁਲ ਹੈ, ਗੋਤੁਲ ਕਬੀਲਾ ਵੀ ਅੱਗੇ ਕੁਝ ਵੱਖ-ਵੱਖ ਕਬੀਲਿਆਂ ਦੇ ਵਿੱਚ ਵੰਡਿਆ ਹੋਇਆ ਹੈ। ਗੌਂਡ ਕਬੀਲਾ ਹੈ, ਜਿਸ ਦੀ ਜਨਸੰਖਿਆ ਸਭ ਤੋਂ ਵੱਧ ਹੈ, ਲੋਕ ਸਭ ਤੋਂ ਵੱਧ ਗੌਂਡ ਕਬੀਲੇ ਦੇ ਵਿੱਚ ਸ਼ਾਮਿਲ ਹੁੰਦੇ ਹਨ। ਸੋ ਹਰ ਇੱਕ ਕਬੀਲਾ ਉਪ ਕਬੀਲਿਆਂ ਦੇ ਵਿੱਚ ਵੰਡਿਆ ਹੋਇਆ ਹੈ ਤੇ ਇੱਕ ਤਰ੍ਹਾਂ ਦੀ ਪੁਰਾਤਨ ਢੰਗ ਦੀ ਜਾਂ ਪ੍ਰਿਮਿਟਿਵ ਕਹਿ ਸਕਦੇ ਹਾਂ, ਪ੍ਰਾਚੀਨ ਢੰਗ ਦਾ ਸਮਾਜ ਹੈ ਜੋ ਆਪਣੇ ਫੈਸਲੇ ਖੁਦ ਲੈਂਦਾ ਹੈ ਅਤੇ ਸਰਕਾਰ ਉੱਤੇ ਨਿਰਭਰ ਨਹੀਂ ਕਰਦਾ। ਇਹਨਾਂ ਦਾ ਰਹਿਣਾ ਸਹਿਣਾ ਵੀ ਜੰਗਲ ਦੇ ਵਿੱਚ ਹੈ ਅਤੇ ਆਪਣੀਆਂ ਜ਼ਰੂਰਤਾਂ ਆਪਣੇ ਲੋਕਾਂ ਦੇ ਵਿੱਚ, ਆਪਣੇ ਸਮੁਦਾਇ ਦੇ ਵਿੱਚ ਰਹਿ ਕੇ ਹੀ ਪੂਰੀਆਂ ਕਰਦੇ ਹਨ। ਕਬਾਇਲੀ ਸਮਾਜ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜੋ ਵਿਅਕਤੀ ਹਨ, ਜੋ ਕਬਾਇਲੀ ਸਮਾਜ ਦੇ ਕਬੀਲੇ ਦੇ ਲੋਕ ਹਨ, ਉਹ ਬਾਹਰ ਆਉਣਾ ਜਾਣਾ, ਬਾਹਰਲੇ ਲੋਕਾਂ ਨਾਲ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ। ਹੱਥਾਂ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਔਰ ਚੀਜ਼ਾਂ ਨੂੰ ਇਕੱਠਾ ਕਰਨ ਦੀ ਕੋਈ ਹੋੜ ਨਹੀਂ ਲੱਗੀ ਹੁੰਦੀ। ਕਿਉਂ? ਕਿਉਂਕਿ ਬੜੇ ਸਧਾਰਨ ਢੰਗ ਦੀ ਅਰਥ ਵਿਵਸਥਾ ਹੈ ਜਿਸ ਦੇ ਵਿੱਚ ਕੰਮ ਦੀ ਵੰਡ ਵੀ ਬੜੀ ਸਧਾਰਨ ਹੈ ਅਤੇ ਲੋਕੀ ਕਬਾਇਲੀ ਸਮਾਜ ਦੇ ਵਿੱਚ ਸਿਰਫ ਓਨਾ ਹੀ ਉਗਾਉਂਦੇ ਹਨ ਫਸਲ, ਜਾਂ ਓਨਾ ਹੀ ਕੰਮ ਕਰਦੇ ਹਨ, ਜਾਂ ਉਨੀ ਹੀ ਉਹਨਾਂ ਦੀ ਅਰਥ ਵਿਵਸਥਾ ਹੈ ਜਿੰਨਾ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ। ਇਸ ਕਰਕੇ ਚੀਜ਼ਾਂ ਨੂੰ ਇਕੱਠਾ ਕਰਨ ਦਾ ਜੋ ਇੱਕ ਪ੍ਰਣਾਲੀ ਹੈ, ਜੋ ਇੱਕ ਸਿਸਟਮ ਬਣਿਆ ਹੋਇਆ ਹੈ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ, ਉਹ ਕਬਾਇਲੀ ਸਮਾਜ ਦਾ ਹਿੱਸਾ ਬਿਲਕੁਲ ਹੀ ਨਹੀਂ। ਕਬਾਇਲੀ ਸਮਾਜ ਦੇ ਵਿੱਚ ਜਾਤੀ ਵਿਵਸਥਾ ਨਹੀਂ ਹੈ ਅਤੇ ਵਰਗ ਵਿਵਸਥਾ ਵੀ ਨਹੀਂ ਪਾਈ ਜਾਂਦੀ। ਸੋ ਜਿੱਥੇ ਵਰਗ ਜਾਂ ਜਾਤੀ ਨਹੀਂ ਪਾਈ ਜਾਏਗੀ, ਉੱਥੇ ਕੀ ਹੈ, ਸਧਾਰਨ ਸਮਾਜ ਦੇਖਣ ਨੂੰ ਮਿਲੇਗਾ। ਉੱਥੇ ਲੋਕਾਂ ਦੇ ਵਿੱਚ ਆਰਥਿਕ ਤੌਰ ਉੱਤੇ ਕੋਈ ਵੀ ਉੱਚਾ ਜਾਂ ਨੀਵਾਂ ਦਰਜਾ ਲੋਕਾਂ ਦਾ ਨਹੀਂ ਹੋਏਗਾ ਅਤੇ ਸਾਰੇ ਵਿਅਕਤੀਆਂ ਦਾ ਇੱਕ ਸਮਾਨ ਹੀ ਦਰਜਾ ਹੁੰਦਾ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕਬਾਇਲੀ ਸਮਾਜ ਦਾ ਹਿੱਸਾ ਹਨ, ਜੋ ਸੱਭਿਅ ਸਮਾਜ ਜਾਂ ਆਧੁਨਿਕ ਸਮਾਜ ਨਾਲੋਂ ਬਿਲਕੁਲ ਹੀ ਵੱਖ ਹੈ। ਕਿਉਂਕਿ ਲੋਕਾਂ ਦੇ ਆਪਣਾ ਹੀ ਉਹਨਾਂ ਦਾ ਰਹਿਣ ਸਹਿਣ, ਖਾਣ ਪੀਣ ਦੇ ਤਰੀਕੇ, ਖਾਣ ਪੀਣ ਦੀਆਂ ਆਦਤਾਂ, ਭਾਸ਼ਾ, ਉਹ ਸਭ ਕੁਝ ਆਪਣਾ ਹੀ ਹੁੰਦਾ ਹੈ। ਸੋ ਹੁਣ ਅੱਗੇ ਚੱਲਾਂਗੇ ਇਸ ਕਬੀਲਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਰਹੇ ਹਨ। ਸੋ ਕਈ ਤਰ੍ਹਾਂ ਦੀਆਂ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ। ਤਬਦੀਲੀਆਂ ਆਉਣ ਦਾ ਸਭ ਤੋਂ ਮੁੱਖ ਕਾਰਨ ਇਹ ਹੈ ਕਿ ਸਮਾਜ ਦੇ ਵਿੱਚ ਪਰਿਵਰਤਨ ਹੋ ਰਿਹਾ ਹੈ ਔਰ ਜੋ ਪਰਿਵਰਤਨ ਹੈ ਇਹ ਇੱਕ ਕੁਦਰਤੀ ਚੀਜ਼ ਹੈ ਔਰ ਇਹ ਪਰਿਵਰਤਨ ਆਉਣਾ ਲਾਜ਼ਮੀ ਵੀ ਹੈ। ਕੁਝ ਪਰਿਵਰਤਨ ਚੇਤਨ ਰੂਪ ਦੇ ਵਿੱਚ ਆਉਂਦਾ ਹੈ ਅਤੇ ਕੁਝ ਅਚੇਤਨ ਰੂਪ ਦੇ ਵਿੱਚ ਕਬਾਇਲੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸਮਾਜਿਕ ਢਾਂਚੇ ਦੇ ਵਿੱਚ ਪਰਿਵਰਤਨ ਜਾਂ ਤਬਦੀਲੀ। ਸੋ ਸਮਾਜਿਕ ਢਾਂਚਾ ਬੜਾ ਹੀ ਡੂੰਘਾ ਇਹ ਸ਼ਬਦ ਹੈ। ਜਿੱਥੇ ਸ਼ਬਦ ਸਮਾਜਿਕ ਆਇਆ ਉਸ ਦਾ ਮਤਲਬ ਕਿ ਸਮਾਜ ਦੀ ਗੱਲ ਹੁੰਦੀ ਹੈ ਅਤੇ ਢਾਂਚਾ ਇੱਕ ਤਰ੍ਹਾਂ ਦਾ ਸਟਰਕਚਰ ਹੈ। ਉਹ ਸਟਰਕਚਰ, ਉਹ ਢਾਂਚਾ ਜਾਂ ਉਹ ਚੀਜ਼ਾਂ ਦਾ ਇਕੱਠ ਜੋ ਮਿਲ ਕੇ ਸਮਾਜ ਦੀ ਸਿਰਜਣਾ ਕਰਦੇ ਹਨ। ਸੋ ਸਮਾਜ ਇੱਕ ਢਾਂਚੇ ਦੇ ਵਾਂਗ ਹੈ ਅਤੇ ਜਿਸ ਦੇ ਵਿੱਚ ਪਰਿਵਾਰ, ਵਿਆਹ, ਨਾਤੇਦਾਰੀ ਜਾਂ ਇਹ ਸਾਰੇ ਚੀਜ਼ਾਂ ਪਾਈਆਂ ਜਾਂਦੀਆਂ ਅਤੇ ਜਦੋਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਹਾਂ ਤਾਂ ਇਹ ਕਬਾਇਲੀ ਸਮਾਜ ਦੇ ਸਮਾਜਿਕ ਢਾਂਚੇ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ। ਸਭ ਤੋਂ ਪਹਿਲਾਂ ਤਾਂ ਸਾਰੇ ਕਬੀਲਿਆਂ ਦੇ ਸਮਾਜਿਕ ਜੀਵਨ ਦਾ ਜੋ ਮੁੱਖ ਆਧਾਰ ਹੈ ਉਹ ਸਾਕਾਦਾਰੀ ਅਤੇ ਪਰਿਵਾਰ ਹੀ ਹੈ। ਸਾਕਾਦਾਰੀ ਦਾ ਅਰਥ ਹੈ ਨਾਤੇਦਾਰੀ, ਜਿਸ ਨੂੰ ਕਿਨਸ਼ਿਪ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਸੋ ਵੱਖ-ਵੱਖ ਕਬੀਲਿਆਂ ਦੀਆਂ ਇਹਨਾਂ ਸਾਰੀਆਂ ਜੋ ਸਮਾਜਿਕ ਸੰਸਥਾਵਾਂ ਹੈ ਅਤੇ ਉਹਨਾਂ ਸੰਸਥਾਵਾਂ ਦੇ ਜੋ ਸੰਬੰਧ ਹੈ ਉਹ ਵੀ ਆਪਸ ਦੇ ਵਿੱਚ ਜਾਂ ਇੱਕ ਦੂਸਰੇ ਨਾਲ ਵੱਖੋ ਵੱਖਰੇ ਹੋ ਗਏ ਹਨ ਜਾਂ ਉਹਦੇ ਵਿੱਚ ਵੀ ਤਬਦੀਲੀਆਂ ਆ ਗਈਆਂ ਹਨ। ਸੋ ਕੁਝ ਪਰਿਵਾਰ ਦੇ ਵਿੱਚ ਪਿਤਾ ਪੁਰਖੀ ਪਰਿਵਾਰ ਹਨ ਜਾਂ ਪਿਤਰ ਪ੍ਰਧਾਨ ਪਰਿਵਾਰ ਹੈ, ਕੁਝ ਦੇ ਵਿੱਚ ਮਾਤਰ ਪ੍ਰਧਾਨ ਪਰਿਵਾਰ ਹੈ। ਸੋ ਹਜੇ ਵੀ ਜਿਹੜੇ ਕਬੀਲਿਆਂ ਦੇ ਵਿੱਚ ਮਾਤਾ ਜਾਂ ਇਸਤਰੀ ਪਰਿਵਾਰਾਂ ਦੀ ਮੁਖੀਆ ਹੈ, ਸੋ ਸਾਰੇ ਫੈਸਲੇ ਉਸ ਦੇ ਦੁਆਰਾ ਹੀ ਜਾਂ ਮੁਖੀ ਦੇ ਦੁਆਰਾ ਹੀ ਲਿੱਤੇ ਜਾਂਦੇ ਹਨ। ਸੋ ਪਰਿਵਾਰਾਂ ਦੇ ਫੈਸਲੇ ਲੈਣ ਦਾ ਅਧਿਕਾਰ ਹਾਲੇ ਵੀ ਪਰਿਵਾਰ ਦੇ ਮੁਖੀਆ ਦੇ ਕੋਲ ਹੀ ਹੈ। ਜਿਵੇਂ ਕਿ ਭੀਲ, ਗੌਂਡ, ਨਾਗਾ, ਇੱਦਾਂ ਦੇ ਜੋ ਕਬੀਲੇ ਹਨ ਉਹਨਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਬਹੁ ਪਤਨੀ ਵਿਆਹ ਪਾਏ ਜਾਂਦੇ ਹਨ।
ਸੋ ਜਿੱਥੇ ਤਾਂ ਆਧੁਨਿਕ ਸਮਾਜ ਦੇ ਵਿੱਚ ਇੱਕ ਵਿਆਹ ਪ੍ਰਚਲਿਤ ਹੈ, ਉੱਥੇ ਕਬਾਇਲੀ ਸਮਾਜ ਦੇ ਵਿੱਚ ਹਜੇ ਵੀ ਕੁਝ ਕਬੀਲਿਆਂ ਦੇ ਵਿੱਚ ਬਹੁ ਪਤਨੀ ਵਿਆਹ ਪਾਏ ਜਾਂਦੇ ਹਨ, ਜਿਸ ਦਾ ਅਰਥ ਇਹ ਹੈ ਕਿ ਇੱਕ ਸਮੇਂ ਦੇ ਉੱਤੇ ਇੱਕ ਪਤੀ ਦੀਆਂ ਕਈ ਪਤਨੀਆਂ ਹਨ। ਸੋ ਇੱਕ ਵਿਅਕਤੀ ਇੱਕ ਸਮੇਂ ਤੇ ਕਈ ਪਤਨੀਆਂ ਰੱਖ ਸਕਦਾ ਹੈ, ਜਿਸ ਨੂੰ ਬਹੁ ਪਤਨੀ ਵਿਆਹ ਦੇ ਨਾਮ ਨਾਲ ਇਹ ਜੋ ਪ੍ਰਥਾ ਹੈ ਇਹ ਪ੍ਰਚਲਿਤ ਹੈ। ਇਸ ਤੋਂ ਇਲਾਵਾ ਆਧੁਨਿਕੀਕਰਨ ਦੇ ਆਉਣ ਦੇ ਕਾਰਨ ਜਾਂ ਵੈਸਟਰਨਾਈਜੇਸ਼ਨ ਆਪਾਂ ਇਹਨੂੰ ਕਹਿ ਸਕਦੇ ਹਾਂ, ਮਾਡਰਨਾਈਜੇਸ਼ਨ ਬੋਲ ਸਕਦੇ ਹਾਂ, ਪੱਛਮੀਕਰਨ ਵੈਸਟਰਨਾਈਜੇਸ਼ਨ ਹੁੰਦਾ ਹੈ। ਸੋ ਵੈਸਟਰਨਾਈਜੇਸ਼ਨ ਜਾਂ ਮਾਡਰਨਾਈਜੇਸ਼ਨ, ਪੱਛਮੀਕਰਨ ਜਾਂ ਆਧੁਨਿਕੀਕਰਨ ਦੇ ਆਉਣ ਦੇ ਨਾਲ ਕਈ ਤਰ੍ਹਾਂ ਦੇ ਪਰਿਵਰਤਨ ਪਰਿਵਾਰ ਦੀ ਸੰਸਥਾ ਦੇ ਵਿੱਚ ਵੀ ਆਏ ਹਨ, ਜਿਵੇਂ ਇੱਕ ਵਿਆਹੀ ਪਰਿਵਾਰ ਪ੍ਰਚਲਿਤ ਹੋ ਗਏ। ਸੋ ਇੱਕ ਵਿਆਹੀ ਪਰਿਵਾਰ ਦਾ ਅਰਥ ਇੱਥੇ ਇਹ ਹੈ ਕਿ ਇੱਕ ਸਮੇਂ ਦੇ ਉੱਤੇ ਇੱਕ ਪਤੀ ਦਾ ਇੱਕ ਹੀ ਪਤਨੀ ਹੋਏਗੀ ਜਾਂ ਇੱਕ ਪਤਨੀ ਦੀ ਇੱਕ ਹੀ ਪਤੀ ਹੋਏਗਾ। ਉਹ ਤਲਾਕ ਲੈ ਕੇ ਅੱਗੇ ਦੂਸਰਾ ਵਿਆਹ ਕਰਵਾ ਸਕਦੇ ਹਨ, ਲੇਕਿਨ ਇੱਕ ਸਮੇਂ ਦੇ ਉੱਤੇ ਇੱਕ ਹੀ ਪਤੀ ਜਾਂ ਪਤਨੀ ਹੋਣਾ। ਸੋ ਇਸ ਨੂੰ ਇੱਕ ਵਿਆਹੀ ਪਰਿਵਾਰ ਕਿਹਾ ਜਾਂਦਾ ਹੈ ਅਤੇ ਇਹ ਇੱਕ ਵਿਆਹੀ ਪਰਿਵਾਰ ਹੋਂਦ ਵਿੱਚ ਆਏ ਹਨ। ਇਸ ਦਾ ਮੁੱਖ ਕਾਰਨ ਆਧੁਨਿਕੀਕਰਨ ਹੀ ਹੈ। ਸਮਾਜ ਦੇ ਵਿੱਚ ਜਦੋਂ ਆਧੁਨਿਕੀਕਰਨ ਸਮਾਜ ਦੇ ਵਿੱਚ ਜਦੋਂ ਦੇਖਣ ਨੂੰ ਮਿਲਿਆ, ਟੈਕਨੋਲੋਜੀ ਤਕਨੀਕਾਂ ਦੇਖਣ ਨੂੰ ਮਿਲੀਆਂ, ਵਿਸ਼ਵ ਵਿਆਪੀਕਰਨ ਦੇਖਣ ਨੂੰ ਮਿਲਿਆ, ਇਸ ਤੋਂ ਇਲਾਵਾ ਪੱਛਮੀਕਰਨ ਦੇਖਣ ਨੂੰ ਮਿਲਿਆ, ਤਾਂ ਇੱਦਾਂ ਦੀਆਂ ਤਬਦੀਲੀਆਂ ਪਰਿਵਾਰਾਂ ਦੇ ਵਿੱਚ, ਸਮਾਜ ਦੇ ਵਿੱਚ ਆਉਣੀ ਲਾਜ਼ਮੀ ਹੈ। ਸੋ ਸਮਾਜਿਕ ਜੋ ਸੰਰਚਨਾ ਹੈ ਉਸ ਦੇ ਵਿੱਚ ਸਭ ਤੋਂ ਮੁੱਖ ਕੰਮ ਸਾਕੇਦਾਰੀ ਦੇ ਨਾਲ ਕੁੱਲ ਵਿਵਸਥਾ ਦਾ ਵੀ ਬਹੁਤ ਮਹੱਤਵਪੂਰਨ ਸਥਾਨ ਸੀ। ਕੁੱਲ ਨੂੰ ਕਲੈਨ ਕਿਹਾ ਜਾਂਦਾ ਹੈ, ਸੋ ਕਲੈਨ ਸਿਸਟਮ ਬੋਲ ਸਕਦੇ ਹਾਂ, ਕਲੈਨ ਇਕੱਲਾ ਕਹਿ ਸਕਦੇ ਹਾਂ। ਸੋ ਜਦੋਂ ਤੋਂ ਕਬਾਇਲੀ ਲੋਕਾਂ ਦੇ ਜੋ ਕੰਮ ਧੰਦੇ ਹਨ, ਉਹ ਉਸਦੇ ਵਿੱਚ ਕੀ ਹੈ, ਉਹ ਘਰਾਂ ਤੋਂ ਬਾਹਰ ਜਾ ਕੇ ਕੰਮ ਕਰਨ ਲੱਗ ਗਏ। ਸਿਰਫ ਹੁਣ ਸ਼ਿਕਾਰ ਕਰਨਾ, ਮੱਛੀ ਫੜਨਾ ਜਾਂ ਬਾਂਸ ਦੀਆਂ ਟੋਕਰੀਆਂ ਬਣਾਉਣਾ ਜਾਂ ਰੱਸੇ ਵੱਟਣਾ ਜਾਂ ਭਾਂਡੇ ਖਿਡੌਣੇ ਬਣਾਉਣਾ, ਇਹ ਸਿਰਫ ਪ੍ਰਾਚੀਨ ਢੰਗ ਦੇ ਕੰਮਾਂ ਨੂੰ ਛੱਡ ਕੇ ਕਬਾਇਲੀ ਸਮਾਜ ਦੇ ਲੋਕਾਂ ਨੇ ਆਧੁਨਿਕ ਸਮਾਜ ਦੇ ਵੱਲ ਆਪਣਾ ਮੁੱਖ ਕਰ ਲਿਆ ਹੈ ਅਤੇ ਉਸ ਦੇ ਨਾਲ ਕੀ ਹੈ, ਉਦਯੋਗਾਂ ਦੇ ਵਿੱਚ ਬਾਹਰ ਜਾ ਕੇ ਕਈ ਤਰ੍ਹਾਂ ਦੇ ਉਦਯੋਗ, ਕਈ ਤਰ੍ਹਾਂ ਦੀਆਂ ਫੈਕਟਰੀਆਂ ਖੁੱਲ੍ਹ ਗਈਆਂ ਹਨ। ਸੋ ਜਿਸ ਦੇ ਨਾਲ ਉਹਨਾਂ ਨੇ ਉਦਯੋਗਾਂ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵਿਅਕਤੀ ਉੱਤੇ ਜੋ ਇੱਕ ਕੁੱਲ ਦਾ ਨਿਯੰਤਰਣ ਹੁੰਦਾ ਸੀ ਉਹ ਬਹੁਤ ਹੀ ਢਿੱਲਾ ਹੋ ਗਿਆ। ਜੋ ਇੱਕ ਕਲੈਨ, ਇੱਕ ਫੈਮਿਲੀ ਨੂੰ, ਲੋਕਾਂ ਨੂੰ ਕੰਟਰੋਲ ਕਰਦਾ ਸੀ, ਉਹ ਬੜਾ ਹੀ ਸਿਸਟਮ ਉਹਦਾ ਲੂਜ਼ ਹੋ ਗਿਆ ਹੈ, ਢਿੱਲਾ ਹੋ ਗਿਆ ਹੈ। ਸੋ ਇਸ ਤੋਂ ਬਾਅਦ ਇਹ ਦੇਖਾਂਗੇ ਕਿ ਸਾਕਾਦਾਰੀ ਦਾ ਖੇਤਰ ਬਹੁਤ ਹੀ ਵੱਡਾ ਵੀ ਹੋ ਗਿਆ ਹੈ, ਕਿਉਂਕਿ ਲੋਕਾਂ ਨੇ ਇੱਥੇ ਕਬਾਇਲੀ ਸਮਾਜ ਦੇ ਵਿੱਚ ਜਾਂ ਆਪਣੇ ਸਮਾਜ ਦੇ ਵਿੱਚ ਹੀ ਕਿਉਂ ਨਹੀਂ, ਆਵਾਜਾਈ ਦੇ ਸਾਧਨ ਅਤੇ ਸੰਚਾਰ ਦੇ ਸਾਧਨਾਂ ਦੇ ਵਿੱਚ ਵਾਧਾ ਹੋਇਆ। ਸੋ ਜਦੋਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਸਮਾਜ ਦੇ ਵਿੱਚ ਦੇਖਣ ਨੂੰ ਮਿਲਣਗੀਆਂ, ਜਦੋਂ ਟਰਾਂਸਪੋਰਟ ਜਾਂ ਆਵਾਜਾਈ ਦੇ ਸਾਧਨਾਂ ਦੇ ਵਿੱਚ ਵਿਕਾਸ ਹੋਏਗਾ, ਬੱਸਾਂ, ਰੇਲ ਗੱਡੀਆਂ, ਸਕੂਟਰ, ਮੋਟਰਸਾਈਕਲ, ਇਹ ਸਾਰੀਆਂ ਚੀਜ਼ਾਂ ਉਪਲਬਧ ਹੋਣਗੀਆਂ ਲੋਕਾਂ ਲਈ, ਤਾਂ ਕਬਾਇਲੀ ਸਮਾਜ ਦੇ ਲੋਕਾਂ ਨੇ ਵੀ ਪੈਸਾ ਕਮਾਉਣਾ ਸ਼ੁਰੂ ਕੀਤਾ, ਪੈਸੇ ਦੀ ਮਹੱਤਤਾ ਉਹਨਾਂ ਨੂੰ ਵੀ ਪਤਾ ਲੱਗੀ ਤੇ ਇਹ ਸਾਰੀਆਂ ਚੀਜ਼ਾਂ ਖਰੀਦਣੀਆਂ ਵੀ ਸ਼ੁਰੂ ਕਰਤੀਆਂ, ਜਾਂ ਇਹਨਾਂ ਚੀਜ਼ਾਂ ਦਾ ਜਿਵੇਂ ਟ੍ਰੇਨ ਹੈ ਜਾਂ ਬੱਸ ਹੈ ਉਸਦਾ ਸੇਵਨ ਕਰਨਾ ਸ਼ੁਰੂ ਕਰਤਾ, ਜਿਸ ਦੇ ਨਾਲ ਬੜੇ ਹੀ ਆਸਾਨੀ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਇਆ ਜਾ ਸਕਦਾ ਸੀ। ਅਤੇ ਇਹਨਾਂ ਨੇ ਆਵਾਜਾਈ ਦੇ ਸਾਧਨਾਂ ਦੇ ਕਾਰਨ ਕੀ ਹੈ, ਇਹਨਾਂ ਦੀ ਰਿਸ਼ਤੇਦਾਰੀ ਜੋ ਛੋਟੇ ਖੇਤਰ ਦੇ ਵਿੱਚ ਸੀ ਉਹ ਬਦਲ ਕੇ ਵੱਡੇ ਖੇਤਰ ਦੇ ਵਿੱਚ ਹੋ ਗਈ। ਆਪਣੇ ਬੱਚਿਆਂ ਨੂੰ ਦੂਰ ਦੂਰ ਵਿਆਹੁਣਾ ਸ਼ੁਰੂ ਕਰਤਾ, ਅਲੱਗ-ਅਲੱਗ ਜਗ੍ਹਾਵਾਂ ਤੇ, ਸਿਰਫ ਕਬੀਲੇ ਦੇ ਅੰਦਰ ਹੀ ਨਹੀਂ ਬਲਕਿ ਦੂਰ ਜਗ੍ਹਾ ਦੇ ਉੱਤੇ ਵੀ ਵਿਆਹੁਣਾ ਸ਼ੁਰੂ ਕਰਤਾ, ਜਿਸ ਦੇ ਨਾਲ ਆਉਣ ਜਾਣ ਦੇ ਨਾਲ ਜੋ ਇੱਕ ਖੁੱਲ੍ਹਾਪਨ ਸੀ ਉਹ ਵੀ ਦੇਖਣ ਨੂੰ ਮਿਲਿਆ। ਸੋ ਅੱਗੇ ਸਮਾਜਿਕ ਢਾਂਚੇ ਦੇ ਵਿੱਚ ਹੀ ਤਬਦੀਲੀ, ਜਿਵੇਂ ਪਰਿਵਾਰ ਦੀ ਗੱਲ ਹੋਈ ਹੈ, ਵਿਆਹ ਦੀ ਗੱਲ ਹੋਈ ਹੈ। ਸੋ ਵਿਆਹ ਦੇ ਵਿੱਚ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗੀ ਕਿ ਕਬਾਇਲੀ ਸਮਾਜ ਦੀ ਜੋ ਵਿਆਹ ਦੀ ਪ੍ਰਥਾ ਹੈ ਉਸ ਦੇ ਵਿੱਚ ਵੀ ਕਈ ਤਰ੍ਹਾਂ ਦੇ ਪਰਿਵਰਤਨ ਆਏ, ਕਿਉਂਕਿ ਕਈ ਕਬੀਲਿਆਂ ਦੇ ਵਿੱਚ, ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਬਹੁ ਪਤਨੀ ਵਿਆਹ ਦੀ ਜੋ ਪ੍ਰਥਾ ਹੈ ਉਹ ਪ੍ਰਚਲਿਤ ਸੀ, ਉਹ ਦੇਖਣ ਨੂੰ ਮਿਲਦੀ ਸੀ, ਜਿਹੜੀ ਕਿ ਹੁਣ ਜਾਂ ਅੱਜ ਦੇ ਸਮਾਜ ਦੀ, ਜਾਂ ਜੇ ਆਪਾਂ ਕਬਾਇਲੀ ਸਮਾਜ ਦੀ ਹੁਣ ਦੀ ਵਿਵਸਥਾ ਦੀ ਗੱਲ ਕਰੀਏ, ਹੁਣ ਦੀ ਸਿਸਟਮ ਦੀ ਗੱਲ ਕਰੀਏ, ਤਾਂ ਕਹਾਂਗੇ ਕਿ ਉਹ ਸਾਰੀਆਂ ਚੀਜ਼ਾਂ ਬਿਲਕੁਲ ਹੀ ਖਤਮ ਹੋ ਗਈਆਂ। ਇਸ ਦੇ ਨਾਲ ਕਬੀਲਿਆਂ ਦੇ ਵਿਆਹ ਕਰਨ ਦੇ ਜੋ ਤਰੀਕੇ ਹਨ ਉਹ ਵੀ ਬਦਲ ਗਏ। ਜਿੱਥੇ ਪਹਿਲਾਂ ਬਹੁ ਪਤਨੀ ਵਿਆਹ ਜਾਂ ਬਹੁਪਤੀ ਵਿਆਹ ਦੇਖਣ ਨੂੰ ਮਿਲਦਾ ਸੀ ਜਾਂ ਅੰਤਰਜਾਤੀ ਵਿਆਹ ਦੇਖਣ ਨੂੰ ਮਿਲਦਾ ਸੀ, ਉੱਥੇ ਇਹ ਸਾਰੀਆਂ ਚੀਜ਼ਾਂ ਦੇ ਵੀ ਤਬਦੀਲੀਆਂ ਆ ਗਈਆਂ। ਇਸ ਦੇ ਨਾਲ ਜੋ ਪਰੰਪਰਾਵਾਂ ਹਨ, ਰੀਤੀ ਰਿਵਾਜ ਹਨ ਵਿਆਹ ਦੇ ਮੌਕੇ ਤੇ, ਉਹ ਵੀ ਬਦਲ ਗਏ। ਕਬਾਇਲੀ ਸਮਾਜ ਦੇ ਲੋਕਾਂ ਦੇ ਉੱਤੇ ਹਿੰਦੂ
ਸਮਾਜ ਦਾ ਜਾਂ ਹਿੰਦੂ ਧਰਮ ਦਾ ਅਤੇ ਈਸਾਈ ਧਰਮ ਦਾ ਪ੍ਰਭਾਵ ਪਿਆ ਹੈ। ਇਹ ਸਾਰੇ ਪ੍ਰਭਾਵ ਪੈਣ ਦੇ ਨਾਲ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਪੰਡਿਤ ਨੂੰ ਬੁਲਾਇਆ ਜਾਂਦਾ ਹੈ। ਅੱਗ ਦੇ ਚਾਰੋਂ ਤਰਫ ਲਾਵਾਂ ਜਾਂ ਫੇਰੇ ਦਿੱਤੇ ਜਾਂਦੇ ਹਨ, ਜੋ ਇੱਕ ਤਰ੍ਹਾਂ ਦੇ ਹਿੰਦੂ ਸੰਸਕਾਰਾਂ ਦੇ ਨਾਲ ਹੀ ਮਿਲਦਾ ਜੁਲਦਾ ਜਾਂ ਉਹਨਾਂ ਦੇ ਵਾਂਗ ਹੀ ਸਾਰੇ ਰੀਤੀ ਰਿਵਾਜ, ਸਾਰੇ ਸੰਸਕਾਰ ਅਪਣਾ ਲੈਂਦੇ ਹਨ। ਸੋ ਵਿਆਹ ਦੇ ਕੁਝ ਤਰੀਕੇ ਜੋ ਪੁਰਾਣੇ ਸੀ, ਜੋ ਕਬਾਇਲੀ ਸਮਾਜ ਦੇ ਆਪਣੇ ਤਰੀਕੇ ਹੁੰਦੇ ਸੀ, ਉਹ ਖਤਮ ਵੀ ਹੋ ਗਏ ਹਨ ਅਤੇ ਅਪਹਰਣ ਕਰਕੇ ਜੋ ਵਿਆਹ ਕੀਤੇ ਜਾਂਦੇ ਸੀ, ਕਿਉਂਕਿ ਉਸ ਟਾਈਮ ਜਾਂ ਉਸ ਸਮੇਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਹਿੰਦੂ ਧਰਮ ਦਾ ਪ੍ਰਭਾਵ ਥੋੜ੍ਹਾ ਬਹੁਤ ਵੱਧ ਗਿਆ ਸੀ, ਜਿਸ ਦੇ ਨਾਲ ਅੱਜ ਦੇ ਜ਼ਮਾਨੇ ਦੀ ਵੀ ਜੇ ਆਪਾਂ ਗੱਲ ਕਰੀਏ ਕਬਾਇਲੀ ਸਮਾਜ ਦੀ, ਤਾਂ ਹਿੰਦੂ ਧਰਮ ਦਾ ਪ੍ਰਭਾਵ ਵੱਧ ਗਿਆ ਹੈ ਕਬਾਇਲੀ ਸਮਾਜ ਦੇ ਲੋਕਾਂ ਉੱਤੇ, ਜਿਸ ਦੇ ਨਾਲ ਦਹੇਜ ਪ੍ਰਥਾ ਵੱਧ ਗਈ ਹੈ ਜਾਂ ਫਿਰ ਲਾੜੀ ਦਾ ਮੁੱਲ, ਬ੍ਰਾਈਡ ਪ੍ਰਾਈਸ ਜਿਸ ਨੂੰ ਕਿਹਾ ਜਾਂਦਾ ਹੈ, ਉਹ ਵੀ ਦੇਖਣ ਨੂੰ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਦੇਖਣ ਨੂੰ ਮਿਲਦੀਆਂ ਹਨ, ਜਿਸ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਜਦੋਂ ਕੁਝ ਕਬੀਲੇ ਜਾਂ ਕੁਝ ਕਬਾਇਲੀ ਪਰਿਵਾਰ ਲਾੜੀ ਦਾ ਮੁੱਲ ਨਹੀਂ ਦੇ ਸਕਦੇ, ਤਦ ਉਹ ਕੀ ਕਰਦੇ ਹਨ, ਅਪਹਰਣ ਵਿਆਹ ਕੀਤੇ ਜਾਂਦੇ ਹਨ। ਉਸ ਲੜਕੀ ਨੂੰ, ਉਸ ਲਾੜੀ ਨੂੰ ਅਗਵਾ ਕਰ ਲਿੱਤਾ ਜਾਂਦਾ ਹੈ ਅਤੇ ਉਸ ਦੇ ਨਾਲ ਜ਼ਬਰਦਸਤੀ ਵਿਆਹ ਰਚਾਇਆ ਜਾਂਦਾ ਹੈ। ਪਰ ਹੌਲੀ ਹੌਲੀ ਅਪਹਰਣ ਵਿਆਹ ਬਿਲਕੁਲ ਹੀ ਹੁਣ ਖਤਮ ਹੋਣੇ ਸ਼ੁਰੂ ਹੋ ਗਏ, ਕਿਉਂਕਿ ਕਾਨੂੰਨ ਅਨੁਸਾਰ ਅਪਹਰਣ ਇੱਕ ਤਰ੍ਹਾਂ ਦਾ ਅਪਰਾਧ ਹੈ। ਸੋ ਇਸ ਅਪਰਾਧ ਤੋਂ ਡਰਦੇ ਹੋਏ ਜਾਂ ਕਿਤੇ ਸਰਕਾਰ ਦੁਆਰਾ ਸਜ਼ਾ ਨਾ ਮਿਲੇ, ਕੋਈ ਫਾਈਨ ਨਾ ਲੱਗੇ ਸੋ ਉਹ ਸਾਰੀਆਂ ਚੀਜ਼ਾਂ ਤੋਂ ਡਰਦੇ ਹੋਏ ਲੋਕਾਂ ਨੇ ਅਪਹਰਣ ਕਰਨੇ ਬੰਦ ਕਰ ਦਿੱਤੇ ਹਨ, ਜੋ ਇੱਕ ਵਿਆਹ ਦਾ ਹੀ ਹਿੱਸਾ ਹੁੰਦੇ ਸੀ। ਇਸ ਤਰ੍ਹਾਂ ਗੌਂਡ ਤੇ ਬੈਗਾ ਕਬੀਲਿਆਂ ਦੇ ਵਿੱਚ ਜੋ ਇੱਕ ਪ੍ਰਚਲਿਤ ਸੇਵਾ ਵਿਆਹ ਹੁੰਦੇ ਸੀ ਕਿ ਇੱਕ ਲੜਕੀ ਨੂੰ ਜਿਸ ਲੜਕੀ ਨਾਲ ਉਹ ਵਿਆਹ ਕਰਾਉਣਾ ਚਾਹੁੰਦਾ ਸੀ, ਉਹ ਉਸ ਲੜਕੀ ਦੇ ਘਰ ਰਹਿ ਕੇ ਉਸਦੇ ਮਾਤਾ ਪਿਤਾ ਦੀ ਸੇਵਾ ਕਰੇਗਾ, ਪਸ਼ੂਆਂ ਦਾ ਧਿਆਨ ਰੱਖੇਗਾ, ਘਰ ਦੇ ਸਾਰੇ ਛੋਟੇ ਮੋਟੇ ਕੰਮ ਕਰੇਗਾ ਤੇ ਫਿਰ ਮਾਂ-ਬਾਪ ਨੂੰ ਲੱਗਦਾ ਸੀ ਕਿ ਚਲੋ ਇਹ ਲੜਕਾ ਠੀਕ ਹੈ ਸਾਡੀ ਲੜਕੀ ਲਈ, ਫਿਰ ਉਹਦਾ ਵਿਆਹ ਕਰ ਦਿੱਤਾ ਜਾਂਦਾ ਸੀ। ਸੋ ਇਸ ਤਰ੍ਹਾਂ ਦੇ ਸੇਵਾ ਵਿਆਹ ਪਹਿਲਾਂ ਪ੍ਰਚਲਿਤ ਸੀ, ਪਰ ਹੁਣ ਸੇਵਾ ਵਿਆਹ ਵੀ ਘਟ ਗਏ ਹਨ ਕਬਾਇਲੀ ਸਮਾਜ ਦੇ ਵਿੱਚ, ਅਤੇ ਵਿਆਹ ਕਰਨ ਦੀਆਂ ਜਿਹੜੀਆਂ ਪਰੰਪਰਾਗਤ ਪ੍ਰਥਾਵਾਂ ਹਨ, ਕਦਰਾਂ ਕੀਮਤਾਂ ਹਨ, ਉਹ ਵੀ ਖਤਮ ਹੋ ਗਈਆਂ ਹਨ ਅਤੇ ਉਹ ਇੱਕ ਵਿਆਹ ਵਿਵਸਥਾ ਨੂੰ ਜ਼ਿਆਦਾ ਮਨਜ਼ੂਰੀ ਮਿਲ ਗਈ ਹੈ, ਕਿਉਂਕਿ ਕਾਨੂੰਨ ਦੇ ਤੌਰ ਤਰੀਕੇ ਨਾਲ ਦੇਖਿਆ ਜਾਵੇ ਜਾਂ ਸਾਰੇ ਸਮਾਜ ਦੇ ਵਿੱਚ, ਭਾਵੇਂ ਲੋਕ ਪੇਂਡੂ ਖੇਤਰ ਦੇ ਵਿੱਚ, ਸ਼ਹਿਰੀ ਜਾਂ ਕਬਾਇਲੀ ਸਮਾਜ ਦਾ ਹਿੱਸਾ ਹਨ, ਸਾਰਾ ਇਹ ਕਾਨੂੰਨ ਸਾਰੇ ਹੀ ਸਮਾਜਾਂ ਦੇ ਉੱਤੇ ਲਾਗੂ ਹੋ ਗਏ ਹਨ ਅਤੇ ਜੇ ਕੋਈ ਵੀ ਵਿਅਕਤੀ ਇਹਨਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ ਜੋ ਸੰਵਿਧਾਨ ਦੁਆਰਾ ਬਣਾਏ ਗਏ ਹਨ, ਤਾਂ ਉਸ ਵਿਅਕਤੀ ਨੂੰ ਸਜ਼ਾ ਵੀ ਮਿਲਦੀ ਹੈ। ਇਸ ਕਰਕੇ ਉਸ ਸਜ਼ਾ ਤੋਂ ਬਚਣ ਲਈ, ਉਸ ਅਪਰਾਧ ਤੋਂ ਬਚਣ ਲਈ ਵਿਅਕਤੀਆਂ ਨੇ, ਕਬਾਇਲੀ ਸਮਾਜ ਦੇ ਲੋਕਾਂ ਨੇ ਆਪਣੇ ਜੀਵਨ ਨੂੰ ਉਹਦੇ ਵਿੱਚ ਤਬਦੀਲੀ ਲੈ ਕੇ ਆਂਦੀ ਹੈ ਜਾਂ ਆਪਣੇ ਆਪ ਨੂੰ, ਆਪਣੀਆਂ ਪ੍ਰਥਾਵਾਂ ਨੂੰ, ਆਪਣੇ ਰੀਤੀ ਰਿਵਾਜ਼ਾਂ ਨੂੰ ਬਦਲ ਕੇ ਰੱਖ ਦਿੱਤਾ, ਜਿਸ ਦੇ ਨਾਲ ਸੰਸਕ੍ਰਿਤੀ ਵੀ ਕਾਫੀ ਹੱਦ ਤੱਕ ਅਲੋਪ ਹੋ ਗਈ ਹੈ। ਸੋ ਕਬੀਲਿਆਂ ਦੇ ਲੋਕ ਹਿੰਦੂ ਸਮਾਜ ਦੇ ਨੇੜੇ ਹੋਣ ਕਾਰਨ ਹਿੰਦੂ ਸਮਾਜ ਦੇ ਵਿੱਚ ਜੋ ਪ੍ਰਚਲਿਤ ਰੀਤੀ ਰਿਵਾਜ ਸੀ ਜਾਂ ਪ੍ਰਥਾਵਾਂ ਸੀ, ਉਹਨਾਂ ਨੇ ਉਹਨਾਂ ਨੂੰ ਅਪਣਾ ਲਿਆ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਜਾਂ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਛੱਡ ਕੇ ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾਇਆ ਜਾਂਦਾ ਹੈ, ਸੋ ਇਸ ਦੇ ਨਾਲ ਇੱਕ ਸੰਸਕ੍ਰਿਤੀ ਦਾ ਅਲੋਪ ਹੋਣਾ ਲਾਜ਼ਮੀ। ਜਿੱਥੇ ਇੱਕ ਸੰਸਕ੍ਰਿਤੀ ਅਲੋਪ ਹੋਏਗੀ, ਉੱਥੇ ਅਗਲੀ ਪੀੜ੍ਹੀ ਨੂੰ ਉਹ ਚੀਜ਼ਾਂ ਨਹੀਂ ਮਿਲ ਸਕਣਗੀਆਂ, ਕਿਉਂਕਿ ਸੰਸਕ੍ਰਿਤੀ ਆਪਣੇ ਆਪ ਦੇ ਵਿੱਚ ਹੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਵਿਅਕਤੀ ਨੂੰ ਜਾਨਵਰ ਤੋਂ ਅਲੱਗ ਰੱਖਦੀ ਹੈ ਜਾਂ ਇੱਕ ਮਨੁੱਖ ਨੂੰ ਹੀ ਕੁਦਰਤ ਦੁਆਰਾ ਵਰਦਾਨ ਦਿੱਤਾ ਗਿਆ ਹੈ ਕਿ ਉਹ ਉਸ ਸੰਸਕ੍ਰਿਤੀ ਨੂੰ ਬਚਾ ਕੇ ਰੱਖੇਗਾ, ਸੰਭਾਲੇਗਾ ਅਤੇ ਆਪਣੀ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਦੇਵੇਗਾ। ਲੇਕਿਨ ਜਿੱਥੇ ਪਰਿਵਰਤਨ ਆਏ ਹਨ ਕਬਾਇਲੀ ਸਮਾਜ ਦੇ ਵਿੱਚ, ਉੱਥੇ ਸੰਸਕ੍ਰਿਤਿਕ ਤੱਤਾਂ ਦੇ ਵਿੱਚ ਵੀ ਪਰਿਵਰਤਨ ਆਏ ਹਨ ਤੇ ਵਿਅਕਤੀਆਂ ਨੇ, ਕਬੀਲੇ ਦੇ ਜਾਂ ਆਦੀਵਾਸੀ ਲੋਕਾਂ ਨੇ ਆਪਣੀ ਸੰਸਕ੍ਰਿਤੀ ਨੂੰ ਛੱਡ ਕੇ ਦੂਜੀ ਸੰਸਕ੍ਰਿਤੀ ਨੂੰ ਅਪਣਾ ਲਿਆ। ਇਸ ਦੇ ਨਾਲ ਨਾਲ ਜਦੋਂ ਭਾਰਤ ਦੇ ਵਿੱਚ ਅੰਗਰੇਜ਼ ਆਏ ਜਾਂ ਅੰਗਰੇਜ਼ੀ ਸਰਕਾਰ ਦੇ ਆਉਣ ਦੇ ਕਾਰਨ ਉਹਨਾਂ ਦੇ ਧਰਮ ਦੇ ਵਿੱਚ ਵੀ ਕਈ ਤਰ੍ਹਾਂ ਦੇ ਪਰਿਵਰਤਨ ਆਉਣੇ ਸ਼ੁਰੂ ਹੋ ਗਏ। ਇਸ ਦਾ ਕਾਰਨ ਇਹ ਸੀ ਕਿ ਦੂਜੇ ਸਮੂਹਾਂ ਦੇ ਸੰਪਰਕ ਵਿੱਚ ਲੋਕ ਆਉਣਾ ਸ਼ੁਰੂ ਹੋ ਗਏ, ਜਿੱਥੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਜੋ ਲਾਭ ਸੀਗੇ ਉਹ ਚੱਕਣੇ ਸ਼ੁਰੂ ਕਰਦੇ। ਉਸ ਦੇ ਨਾਲ ਕੀ ਹੈ, ਉਹਨਾਂ ਦਾ ਸਮਾਜਿਕ ਜੀਵਨ ਕਾਫੀ ਪ੍ਰਭਾਵਿਤ ਹੋਇਆ ਅਤੇ ਉਹਨਾਂ ਦੇ ਵਿੱਚ ਧਰਮ ਪਰਿਵਰਤਨ ਵੀ ਹੋਣਾ ਸ਼ੁਰੂ ਹੋ ਗਿਆ, ਜਿਵੇਂ ਕਿ
ਇੱਥੇ ਦੱਸਿਆ ਸੀ ਕਿ ਹਿੰਦੂ ਧਰਮ ਦੇ ਵਿੱਚ ਕੁਝ ਲੋਕ, ਕਿਉਂਕਿ ਕਬਾਇਲੀ ਸਮਾਜ ਦੇ ਲੋਕਾਂ ਦਾ ਆਪਣਾ ਹੀ ਇੱਕ ਵੱਖੋ ਵੱਖਰਾ ਧਰਮ ਸੀ, ਜਿਸ ਦੇ ਵਿੱਚ ਉਹ ਟੋਟਮ ਦੀ ਪੂਜਾ ਕਰਦੇ ਸੀ। ਔਰ ਟੋਟਮ ਆਖਿਰਕਾਰ ਕੀ ਸੀ? ਇਹ ਸੱਭਿਆਚਾਰ, ਸੰਸਕ੍ਰਿਤੀ ਜਾਂ ਧਰਮ ਦੇ ਨਾਲ ਹੀ ਸੰਬੰਧਿਤ ਸ਼ਬਦ ਹੈ। ਸੋ ਟੋਟਮ ਕੋਈ ਵੀ ਪੱਥਰ ਹੋ ਸਕਦਾ ਹੈ, ਕੋਈ ਜੀਵ ਜੰਤੂ ਹੋ ਸਕਦਾ ਹੈ, ਮਰਿਆ ਜਾਂ ਜੀਵਿਤ। ਇਸ ਤੋਂ ਇਲਾਵਾ ਕੋਈ ਪੇੜ ਪੌਦਾ, ਕੋਈ ਬੂਟਾ ਹੋ ਸਕਦਾ ਹੈ, ਜਾਂ ਕੋਈ ਵੀ ਅਜਿਹੀ ਵਿਸਤ੍ਰਿਤ ਚੀਜ਼ ਹੋ ਸਕਦੀ ਹੈ ਜਿਸ ਨੂੰ ਕਬਾਇਲੀ ਸਮਾਜ ਦੇ ਲੋਕ ਆਪਣਾ ਰੱਬ ਮੰਨਣਗੇ। ਉਸ ਦੀ ਪੂਜਾ ਕੀਤੀ ਜਾਏਗੀ, ਉਸ ਟੋਟਮ ਦੀ, ਅਤੇ ਉਸ ਟੋਟਮ ਨੂੰ ਹੱਥ ਲਾਉਣਾ ਜਾਂ ਖਾਣਾ, ਅਰਥਾਤ ਉਸ ਟੋਟਮ ਨੂੰ ਨੁਕਸਾਨ ਪਹੁੰਚਾਉਣ ਦਾ ਬਿਲਕੁਲ ਵੀ ਉਹ ਅਲਾਉਡ ਨਹੀਂ ਹੁੰਦਾ। ਸੋ ਜੇ ਕੋਈ ਵੀ ਵਿਅਕਤੀ ਉਸ ਟੋਟਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਉਸ ਕਬੀਲੇ ਵਿੱਚੋਂ ਹੀ ਬਾਹਰ ਨਿਕਾਲ ਦਿੱਤਾ ਜਾਂਦਾ ਹੈ, ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਕਬੀਲੇ ਵਿੱਚ। ਸੋ ਇਸ ਤਰ੍ਹਾਂ ਦੇ ਉਹ ਦੇਵੀ ਦੇਵਤਿਆਂ ਨੂੰ ਮੰਨਦੇ ਹਨ, ਟੋਟਮ ਤੇ ਵਿਸ਼ਵਾਸ ਕਰਦੇ ਹਨ, ਅਤੇ ਹਰ ਕਬੀਲੇ ਦਾ ਆਪਣਾ ਇੱਕ ਅਲੱਗ ਟੋਟਮ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇ ਗੌਂਡ ਕਬੀਲਾ ਜੇ ਪੱਥਰ ਨੂੰ ਆਪਣਾ ਟੋਟਮ ਮੰਨ ਕੇ ਉਸਦੀ ਪੂਜਾ ਕਰਦਾ ਹੈ, ਤਾਂ ਹੋ ਕਬੀਲਾ ਕਿਸੇ ਪੇੜ ਨੂੰ ਟੋਟਮ ਮੰਨੇਗਾ, ਜਾਂ ਫਿਰ ਕੋਈ ਗੌਂਡ ਕਬੀਲਾ ਜਾਂ ਫਿਰ ਕਹਿ ਸਕਦੇ ਖਾਸੀ ਕਬੀਲਾ ਹੈ, ਉਹ ਕਿਸੇ ਜਾਨਵਰ ਨੂੰ ਜਾਂ ਕਿਸੇ ਦੀ ਕੋਈ ਵੀ ਵਿਸਤ੍ਰਿਤ ਅਜਿਹੀ ਚੀਜ਼ ਨੂੰ, ਕੋਈ ਮੂਰਤੀ ਹੋ ਸਕਦੀ ਹੈ, ਉਸਨੂੰ ਆਪਣਾ ਰੱਬ ਮੰਨ ਕੇ ਪੂਜਾ ਕਰ ਸਕਦਾ ਹੈ। ਸੋ ਆਪਣੇ ਹੀ ਟੋਟਮ ਦੇ ਵਿੱਚ ਵੀ ਵਿਆਹ ਕਰਵਾਉਣੇ ਪ੍ਰਚਲਿਤ ਹਨ। ਲੇਕਿਨ ਜਿਵੇਂ ਜਿਵੇਂ ਸਮਾਜ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋਇਆ, ਕਬਾਇਲੀ ਸਮਾਜ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋਇਆ, ਔਰ ਇਹ ਪਰਿਵਰਤਨਾਂ ਪਿੱਛੇ ਉਦਯੋਗੀਕਰਨ ਦਾ ਹੱਥ ਹੈ, ਪੱਛਮੀਕਰਨ ਅਤੇ ਆਧੁਨਿਕੀਕਰਨ, ਇਹਨਾਂ ਤਿੰਨਾਂ ਚੀਜ਼ਾਂ ਨੇ ਸਮਾਜ ਦੇ ਵਿੱਚ, ਕਬਾਇਲੀ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਜਾਂ ਤਬਦੀਲੀਆਂ ਲੈ ਕੇ ਆਏ। ਸੋ ਇਸ ਦੇ ਨਾਲ ਨਾਲ ਜੋ ਸਮਾਜਿਕ ਢਾਂਚੇ ਦੀ ਹੀ ਇੱਥੇ ਗੱਲ ਹੋ ਰਹੀ ਹੈ, ਜਿਸ ਦੇ ਵਿੱਚ ਪਰਿਵਾਰ, ਫਿਰ ਵਿਆਹ, ਫਿਰ ਧਰਮ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਰਿਵਰਤਨ ਪਾਏ ਜਾਂਦੇ ਹਨ। ਸੋ ਕੁਝ ਲੋਕਾਂ ਨੇ ਹਿੰਦੂ ਧਰਮ ਅਪਣਾ ਲਿਆ, ਤੇ ਕਈ ਲੋਕਾਂ ਨੇ ਕੀ ਹੈ, ਈਸਾਈ ਧਰਮ ਅਪਣਾ ਲਿਆ, ਅਤੇ ਇਸ ਦੇ ਨਾਲ ਨਾਲ ਹਿੰਦੂ ਧਰਮ ਜਾਂ ਈਸਾਈ ਧਰਮ ਦੇ ਵਿੱਚ ਜੋ ਕਿਸੇ ਦੇ ਜਨਮ ਵੇਲੇ, ਵਿਆਹ ਵੇਲੇ ਜਾਂ ਮ੍ਰਿਤਿੂ ਵੇਲੇ ਕੋਈ ਵੀ ਰੀਤੀ ਰਿਵਾਜ ਜਾਂ ਪਰੰਪਰਾਵਾਂ, ਕਦਰਾਂ ਕੀਮਤਾਂ ਹੁੰਦੀਆਂ ਸੀ, ਉਹਨਾਂ ਚੀਜ਼ਾਂ ਨੂੰ ਹੀ ਅਪਣਾਉਣਾ ਸ਼ੁਰੂ ਕਰਤਾ। ਉਹ ਸਾਰੇ ਸੰਸਕਾਰ ਹਿੰਦੂ ਧਰਮ ਵਾਲੇ ਹੀ ਲੋਕਾਂ ਨੇ ਅਪਣਾਉਣੇ ਸ਼ੁਰੂ ਕਰਤੇ, ਅਤੇ ਹੁਣ ਸਾਰੇ ਕਬੀਲੇ ਮਰੇ ਹੋਏ ਵਿਅਕਤੀ ਦਾ ਸੰਸਕਾਰ ਵੀ ਕਰਦੇ ਸੀ। ਇਸ ਕਾਰਨ ਜੋ ਇੱਕ ਹਿੰਦੂ ਧਰਮ ਦੀ ਪ੍ਰਥਾ ਹੈ ਜਾਂ ਪਰੰਪਰਾ ਹੈ, ਸੋ ਹੁਣ ਸਾਰੇ ਕਬੀਲੇ ਦਾ ਸੰਸਕਾਰ ਕਰਦੇ ਸੀ ਅੱਗ ਲਗਾ ਕੇ, ਜਾਂ ਫਿਰ ਉਸ ਤੋਂ ਬਾਅਦ ਜੇ ਵਿਆਹ ਦੀ ਵੀ ਗੱਲ ਕਰੀਏ ਤਾਂ ਅੱਗ ਦੇ ਆਲੇ ਦੁਆਲੇ ਫੇਰੇ ਲਿੱਤੇ ਜਾਂਦੇ ਸੀ। ਜੋ ਹਿੰਦੂ ਧਰਮ ਦੇ ਵਿੱਚ ਇੱਕ ਪ੍ਰਥਾ ਪ੍ਰਚਲਿਤ ਸੀ, ਹਿੰਦੂ ਧਰਮ ਦੇ ਵਿੱਚ ਵਿਆਹ ਦੀਆਂ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਚੱਲਦੀਆਂ ਆਉਂਦੀਆਂ ਸੀ। ਸੋ ਇਸ ਚੀਜ਼ ਨੇ ਕੀ ਹੈ ਕਿ ਸਮਾਜਿਕ ਢਾਂਚੇ ਨੂੰ ਬਿਲਕੁਲ ਹੀ ਬਦਲ ਕੇ ਰੱਖਤਾ। ਅਤੇ ਇੱਥੇ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਏਗਾ ਕਿ ਕਬੀਲੇ ਹਿੰਦੂ ਸਮਾਜਿਕ ਵਿਵਸਥਾ ਦਾ ਇੱਕ ਮੁੱਖ ਅੰਗ ਬਣ ਚੁੱਕੇ ਹਨ, ਜਿਸ ਦੇ ਨਾਲ ਕਈ ਈਸਾਈ ਮਿਸ਼ਨਰੀਆਂ ਨੇ ਕਬੀਲਿਆਂ ਦੀ ਭਲਾਈ ਦੇ ਲਈ ਕਾਫੀ ਕੰਮ ਕੀਤਾ, ਤੇ ਉਹਨਾਂ ਨੂੰ ਕਈ ਤਰ੍ਹਾਂ ਦੀ ਸਹਾਇਤਾ ਦੇਣੀ ਸ਼ੁਰੂ ਕੀਤੀ, ਜਾਂ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਸ਼ੁਰੂ ਕੀਤੀਆਂ, ਜਿਸ ਦੇ ਵਿੱਚ ਉਹਨਾਂ ਨੂੰ ਰੋਟੀ ਖਾਣਾ ਪ੍ਰਦਾਨ ਕਰਨਾ, ਉਹਨਾਂ ਨੂੰ ਕੱਪੜੇ ਦੇਣਾ, ਜਾਂ ਉਹਨਾਂ ਦੇ ਰਹਿਣ ਦੇ ਸਥਾਨ ਦੀ ਵਿਵਸਥਾ ਵੀ ਕਰਨਾ ਸ਼ਾਮਿਲ ਹੈ। ਅਗਲਾ ਪੁਆਇੰਟ ਚੱਲਾਂਗੇ, ਸਿੱਖਿਆ ਦੇ ਕਾਰਨ ਤਬਦੀਲੀਆਂ। ਸੋ ਸਿੱਖਿਆ, ਵਿਦਿਆ, ਸੋ ਐਜੂਕੇਸ਼ਨ ਦੇ ਕਾਰਨ ਵੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਇੱਥੇ ਦੇਖਣ ਨੂੰ ਮਿਲੀਆਂ, ਕਿਉਂਕਿ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਕਬੀਲਿਆਂ ਦੇ ਵਿੱਚ ਸਿੱਖਿਆ ਲੈਣ ਸੰਬੰਧੀ ਜੋ ਵਿਚਾਰਧਾਰਾ ਸੀ ਲੋਕਾਂ ਦੀ, ਉਹ ਬਹੁਤ ਹੀ ਜ਼ਿਆਦਾ ਉਸ ਦੇ ਵਿੱਚ ਪਰਿਵਰਤਨ ਆਏ, ਅਤੇ ਇਹ ਦੇਖਣ ਨੂੰ ਮਿਲਿਆ ਕਿ ਪ੍ਰਾਥਮਿਕ ਸਿੱਖਿਆ ਕਬੀਲਿਆਂ ਦੇ ਬੱਚਿਆਂ ਨੇ, ਲੋਕਾਂ ਨੇ ਲੈਣੀ ਸ਼ੁਰੂ ਕੀਤੀ, ਅਤੇ ਉਹਨਾਂ ਨੇ ਪ੍ਰਾਥਮਿਕ ਸਿੱਖਿਆ ਤੋਂ ਹੀ ਪੜ੍ਹ ਕੇ ਕਈ ਤਰ੍ਹਾਂ ਦੇ ਸਮਾਜਿਕ ਤੌਰ ਉੱਤੇ ਵੀ ਪਰਿਵਰਤਨ ਦੇਖਣ ਨੂੰ ਮਿਲੇ। ਪਰ ਜੇਕਰ ਉਹ ਕਾਲਜ ਜਾਂ ਫਿਰ ਯੂਨੀਵਰਸਿਟੀ ਦੇ ਪੱਧਰ ਤੱਕ ਪਹੁੰਚ ਜਾਂਦੇ ਹਨ, ਤਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਨੌਕਰੀ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ, ਕਿਉਂਕਿ ਉਹਨਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਹਰ ਇੱਕ ਕਾਲਜ ਜਾਂ ਸਕੂਲ ਦੇ ਵਿੱਚ, ਜਾਂ ਫਿਰ ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ 30% ਜਾਂ 40% ਰਾਖਵਾਂਕਰਨ ਵੀ ਹੁੰਦਾ ਹੈ, ਜਿਸ ਦੇ ਨਾਲ ਕੀ ਹੈ, ਬੱਚਿਆਂ ਨੂੰ ਇੱਕ ਉਤਸ਼ਾਹ ਮਿਲਦਾ ਹੈ, ਜਿਹੜੇ ਕਬਾਇਲੀ ਸਮਾਜ ਦੇ ਬੱਚੇ ਹਨ, ਜਿਸ ਦੇ ਨਾਲ ਉਹ ਵੱਖੋ ਵੱਖਰੀ ਫੀਲਡਸ ਦੇ ਵਿੱਚ ਜਾਂ ਵੱਖੋ ਵੱਖਰੇ ਜਗ੍ਹਾਵਾਂ ਤੇ ਜਾ ਕੇ ਉਹ ਆਪਣੀ ਸਿੱਖਿਆ ਜਾਂ ਵਿੱਦਿਆ ਲੈ ਸਕਦੇ ਹਨ।
ਅਤੇ ਹੌਲੀ-ਹੌਲੀ ਉਹ ਉੱਚੀ ਸ਼੍ਰੇਣੀ ਦੇ ਵਿੱਚ ਵੀ ਪਹੁੰਚ ਸਕਦੇ। ਜਿਸ ਢੰਗ ਨਾਲ ਪਹਿਲਾਂ ਪਰਿਵਾਰ ਦੇ ਵਿੱਚ ਪਰਿਵਰਤਨ ਆਇਆ, ਫਿਰ ਵਿਆਹ ਦੀ ਸੰਸਥਾ ਦੇ ਵਿੱਚ, ਫਿਰ ਧਰਮ ਦੇ ਵਿੱਚ ਪਰਿਵਰਤਨ ਆਇਆ, ਉਸੇ ਢੰਗ ਨਾਲ ਜਦੋਂ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ, ਤਾਂ ਉਸ ਦੇ ਨਾਲ ਲੋਕੀ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਵੰਡ ਗਏ। ਕੁਝ ਪੜ੍ਹੇ ਲਿਖੇ ਲੋਕ ਸੀ, ਕੁਝ ਅਨਪੜ੍ਹ ਲੋਕ ਸੀ, ਕੁਝ ਉੱਚ ਵਰਗ ਦੇ ਵਿੱਚ ਚਲੇ ਗਏ, ਕੁਝ ਮੱਧ ਦੇ ਵਿੱਚ, ਜਾਂ ਕੁਝ ਨੀਵੇਂ ਵਰਗ ਦਾ ਹਿੱਸਾ ਬਣ ਗਏ। ਇੱਥੇ ਇੱਕ ਉਦਾਹਰਨ ਦੇਣੀ ਬਣਦੀ ਹੈ ਕਿ ਜਿਵੇਂ ਭੀਲ ਜੇ ਮੈਂ ਕਬੀਲੇ ਦੀ ਗੱਲ ਕਰਾਂ, ਤਾਂ ਭੀਲ ਕਬੀਲੇ ਦੇ ਲੋਕ ਸਿੱਖਿਆ ਪ੍ਰਾਪਤ ਕਰ ਲੈਂਦੇ ਸੀ ਅਤੇ ਉਹਨਾਂ ਦਾ ਜੋ ਸਮਾਜ ਦੇ ਵਿੱਚ ਇੱਕ ਵਰਗ ਸੀ ਉਹ ਉੱਚਾ ਹੋ ਗਿਆ ਸੀ, ਜਾਂ ਉਹਨਾਂ ਨੇ ਉੱਚੀ ਸਥਿਤੀ ਹਾਸਿਲ ਕਰ ਲਈ ਸੀ। ਇਸ ਤੋਂ ਇਲਾਵਾ ਖੇਤੀਬਾੜੀ ਜਾਂ ਪਰੰਪਰਾਗਤ ਜੋ ਉਹਨਾਂ ਦਾ ਪੇਸ਼ਾ ਸੀ, ਜਿਸ ਨੂੰ ਸ਼ਿਕਾਰ ਕਰਨਾ ਜਾਂ ਭੋਜਨ ਇਕੱਠਾ ਕਰਨ ਦਾ ਜੋ ਮੁੱਖ ਕੰਮ ਕਬੀਲੇ ਦੇ ਲੋਕਾਂ ਦਾ ਸੀ, ਉਸਦੇ ਉਹ ਵੀ ਬਿਲਕੁਲ ਉਹਨਾਂ ਨੇ ਆਪਣੇ ਪੇਸ਼ੇ ਨੂੰ ਬਦਲ ਲਿਆ। ਉਹ ਕੰਮ ਬਿਲਕੁਲ ਨਾ ਅਪਣਾਏ ਬਿਨਾਂ ਹੋਰ ਕੰਮ ਅਪਣਾਉਣੇ ਸ਼ੁਰੂ ਕਰ ਦਿੱਤੇ, ਜਿਸ ਦੇ ਨਾਲ ਪਰੰਪਰਾਗਤ ਪੇਸ਼ੇ ਨੂੰ ਛੱਡ ਕੇ ਹੋਰ ਪੇਸ਼ਿਆਂ ਦੇ ਵਿੱਚ, ਜਿਵੇਂ ਉਦਯੋਗ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਵੱਖੋ ਵੱਖਰੀਆਂ ਨੌਕਰੀਆਂ ਲੈਣੀਆਂ ਸ਼ੁਰੂ ਕੀਤੀਆਂ। ਸੋ ਇਹ ਸਾਰਾ ਪਰਿਵਰਤਨ, ਸਾਰੀਆਂ ਤਬਦੀਲੀਆਂ ਸਿੱਖਿਆ ਦੇ ਆਉਣ ਦੇ ਨਾਲ ਹੋਈਆਂ ਅਤੇ ਸਿੱਖਿਆ ਕਾਰਨ ਉਹਨਾਂ ਦੇ ਵਿੱਚ ਕੀ ਹੈ, ਰਾਜਨੀਤਿਕ ਚੇਤਨਾ ਵੀ ਵਧਣੀ ਸ਼ੁਰੂ ਹੋ ਗਈ, ਜਿਸ ਦਾ ਇਹ ਇੱਕ ਅਸਰ ਹੋਇਆ ਕਿ ਵੋਟ ਪਾਉਣ ਦਾ ਅਧਿਕਾਰ ਮਿਲਣ ਲੱਗ ਗਿਆ। ਉਹਨਾਂ ਨੇ ਲੀਡਰ ਬਣਨੇ ਸ਼ੁਰੂ ਹੋਏ, ਜਾਂ ਕਹਿ ਸਕਦੇ ਹੋ ਕਿ ਕਈ ਤਰ੍ਹਾਂ ਦੇ ਉਹਨਾਂ ਨੇ ਆਪਣੇ ਹੱਕਾਂ ਦੀ ਵੀ ਗੱਲ ਰੱਖੀ। ਅਗਲੀ ਗੱਲ ਕਰਾਂਗੇ, ਅਗਲਾ ਪੁਆਇੰਟ ਦੇ ਬਾਰੇ ਵਰਣਨ ਕਰਾਂਗੇ, ਆਰਥਿਕਤਾ ਦੇ ਵਿੱਚ ਬਦਲਾਵ ਜਾਂ ਪਰਿਵਰਤਨ। ਸੋ ਅਰਥ ਵਿਵਸਥਾ ਦੇ ਵਿੱਚ ਪਰਿਵਰਤਨ ਦੇਖਣ ਨੂੰ ਮਿਲਿਆ, ਜੋ ਇੱਕ ਬਹੁਤ ਵੱਡਾ ਪਰਿਵਰਤਨ ਸੀ ਕਬਾਇਲੀ ਸਮਾਜ ਦੇ ਵਿੱਚ। ਸੋ ਇੱਥੇ ਅਰਥ ਵਿਵਸਥਾ ਦੇ ਵਿੱਚ, ਕਿਉਂਕਿ ਪ੍ਰਾਚੀਨ ਸਮਾਜ ਦੇ ਵਿੱਚ ਕਬਾਇਲੀ ਲੋਕ ਸਿਰਫ ਆਪਣੇ ਗੁਜ਼ਾਰੇ ਜੋਗਾ ਹੀ ਅਨਾਜ ਉਗਾਉਂਦੇ ਸੀ, ਜਾਂ ਉਤਪਾਦਨ ਕਰਦੇ ਸੀ, ਜਾਂ ਫਿਰ ਸ਼ਿਕਾਰ ਕਰਦੇ ਸੀ ਔਰ ਆਪਣਾ ਪੇਟ ਭਰਦੇ ਸੀ। ਪਰ ਹੌਲੀ ਹੌਲੀ ਜਿਵੇਂ ਉਹਨਾਂ ਦੀਆਂ ਜ਼ਰੂਰਤਾਂ ਵਧਣੀਆਂ ਸ਼ੁਰੂ ਹੋਈਆਂ, ਉਹਨਾਂ ਨੇ ਆਧੁਨਿਕੀਕਰਨ ਦੇ ਅਧੀਨ ਆ ਗਏ, ਉਹਨਾਂ ਨੇ ਆਪਣੀ ਜ਼ਰੂਰਤ ਤੋਂ ਵੱਧ ਉਗਾਉਣਾ ਸ਼ੁਰੂ ਕਰਤਾ ਤੇ ਉਹ ਚੀਜ਼ਾਂ ਜਾ ਕੇ, ਅਨਾਜ ਜਾ ਕੇ ਮੰਡੀਆਂ ਦੇ ਵਿੱਚ ਵੇਚਣਾ ਸ਼ੁਰੂ ਕਰਤਾ, ਜਿਸ ਦੇ ਨਾਲ ਉਹਨਾਂ ਨੂੰ ਪੈਸਾ ਮਿਲਣਾ ਸ਼ੁਰੂ ਹੋਇਆ ਅਤੇ ਉਹਨਾਂ ਦੀ ਆਰਥਿਕਤਾ ਆਪੇ ਹੀ ਨੀਵੇਂ ਵਰਗ ਤੋਂ ਉੱਚੇ ਵਰਗ ਦੇ ਵਿੱਚ ਚਲੀ ਗਈ ਅਤੇ ਲੋਕਾਂ ਨੂੰ ਵੱਖੋ ਵੱਖਰੀਆਂ ਸ਼੍ਰੇਣੀਆਂ ਜਾਂ ਵਰਗਾਂ ਦੇ ਵਿੱਚ ਵੰਡ ਦਿੱਤਾ। ਇਹ ਅਰਥ ਵਿਵਸਥਾ ਦੀ ਤਬਦੀਲੀ ਆਉਣ ਕਰਕੇ। ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਹੋਣ ਕਾਰਨ ਹੁਣ ਦੂਰ ਦੂਰ ਦੇ ਤੋਂ ਲੋਕ, ਇਲਾਕਿਆਂ ਤੋਂ ਲੋਕ ਮੰਡੀਆਂ ਦੇ ਵਿੱਚ ਆਉਂਦੇ ਸੀ, ਜਾਂ ਫਿਰ ਇੱਕ ਦੂਜੇ ਨਾਲ ਉਹ ਜੁੜੇ ਹੋਏ ਹੁੰਦੇ ਸਨ, ਜਾਂ ਇਹ ਮਤਲਬ ਸਰਲ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਜਦੋਂ ਵੱਖੋ ਵੱਖਰੇ ਲੋਕ ਅਲੱਗ-ਅਲੱਗ ਇਲਾਕਿਆਂ ਤੋਂ ਆ ਕੇ ਮੰਡੀਆਂ ਦੇ ਵਿੱਚ ਚੀਜ਼ਾਂ ਵੇਚਦੇ ਹਨ, ਤਾਂ ਇੱਕ ਸੰਪਰਕ ਬਣ ਜਾਂਦਾ ਹੈ ਬਾਹਰਲੀ ਦੁਨੀਆ ਦੇ ਨਾਲ, ਪੇਂਡੂ ਖੇਤਰ ਨਾਲ, ਸ਼ਹਿਰੀ ਖੇਤਰ ਨਾਲ। ਸੋ ਮੰਡੀ ਦੀ ਜੋ ਆਰਥਿਕਤਾ ਹੈ, ਉਸਦੇ ਵਿੱਚ ਵੀ ਕਈ ਤਰ੍ਹਾਂ ਦਾ ਬਦਲਾਵ ਆਇਆ ਤੇ ਅਰਥ ਵਿਵਸਥਾ ਬਿਲਕੁਲ ਹੀ ਚੇਂਜ ਹੋ ਗਈ। ਇਸ ਦੇ ਨਾਲ ਨਾਲ ਇਸ ਦਾ ਕਾਰਨ ਇਹ ਕਹਿ ਸਕਦੇ ਹਾਂ ਕਿ ਹੁਣ ਵਿਕਣ ਵਾਲੀਆਂ ਜੋ ਫਸਲਾਂ ਸੀ, ਉਹ ਜ਼ਿਆਦਾ ਲੋਕੀ, ਕਬਾਇਲੀ ਸਮਾਜ ਦੇ ਲੋਕ ਉਗਾਉਣਾ ਸ਼ੁਰੂ ਕਰਤਾ ਉਹਨਾਂ ਨੇ। ਹੁਣ ਉਹ ਜ਼ਰੂਰਤ ਤੋਂ ਵੱਧ ਚੀਜ਼ਾਂ ਨੂੰ ਪੈਦਾ ਕਰਦੇ ਸਨ ਅਤੇ ਵਾਧੂ ਉਤਪਾਦਨ ਨੂੰ ਮੰਡੀਆਂ ਦੇ ਵਿੱਚ ਜਾ ਕੇ ਵੇਚਦੇ ਸਨ। ਸੋ ਸਰਕਾਰ ਦੁਆਰਾ ਵੀ ਕਬੀਲਿਆਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ, ਕਈ ਤਰ੍ਹਾਂ ਦੇ ਉਹਨਾਂ ਨੂੰ ਲਾਭ ਦਿੱਤੇ ਗਏ। ਸੋ ਜੋ ਲਾਭਾਂ ਨੂੰ ਉਹਨਾਂ ਨੇ ਉਠਾ ਕੇ ਕਈ ਤਰ੍ਹਾਂ ਦੀਆਂ ਆਪਣੇ ਆਰਥਿਕ ਤੌਰ ਉੱਤੇ ਆਪਣੇ ਜੀਵਨ ਦੇ ਅੰਦਰੋਂ ਤਬਦੀਲੀਆਂ ਲੈ ਕੇ ਆਏ। ਅਤੇ ਹੁਣ ਜੇ ਦੇਖਿਆ ਜਾਵੇ ਤਾਂ ਕਬਾਇਲੀ ਸਮਾਜ ਦੇ ਲੋਕਾਂ ਨੂੰ ਜਾਇਦਾਦ ਰੱਖਣ ਦੇ ਵੀ ਅਧਿਕਾਰ ਸਨ। ਪਹਿਲਾਂ ਇਹ ਅਧਿਕਾਰ ਨਹੀਂ ਸੀ ਮਿਲੇ ਹੋਏ, ਕਿਉਂਕਿ ਉਹ ਆਪਣੇ ਜੰਗਲ ਨੂੰ ਜਾਂ ਉਸ ਪੂਰੀ ਜ਼ਮੀਨ ਦੇ ਉੱਤੇ ਆਪਣਾ ਅਧਿਕਾਰ ਮੰਨਦੇ ਸੀ। ਪਰ ਹੌਲੀ ਹੌਲੀ ਜਿਵੇਂ ਪਰਿਵਰਤਨ ਆਉਣੇ ਸ਼ੁਰੂ ਹੋਏ ਸਮਾਜ ਦੇ ਵਿੱਚ, ਉਸ ਦੇ ਨਾਲ ਲੋਕਾਂ ਨੂੰ ਜਾਇਦਾਦ ਰੱਖਣ ਦੇ ਅਧਿਕਾਰ ਵੀ ਪ੍ਰਾਪਤ ਕੀਤੇ ਗਏ, ਕਿਉਂਕਿ ਸੰਵਿਧਾਨ ਨੇ, ਜਾਂ ਭਾਰਤ ਦੇ ਸੰਵਿਧਾਨ ਨੇ, ਸਾਰੇ ਨਾਗਰਿਕਾਂ ਨੂੰ ਜਾਇਦਾਦ ਦਾ ਅਧਿਕਾਰ ਦੇਣਾ ਸ਼ੁਰੂ ਕਰ ਦਿੱਤਾ। ਅਤੇ ਹੁਣ ਉਹ ਲੋਕ ਆਪਣੀ ਮਰਜ਼ੀ ਨਾਲ ਕੀਤਾ ਅਪਣਾਉਂਦੇ ਸੀ, ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਜਾਂ ਜ਼ਮੀਨ ਖਰੀਦ ਜਾਂ ਵੇਚ ਸਕਦੇ ਸੀ। ਇਸ ਕਰਕੇ ਸਰਕਾਰੀ ਬੈਂਕਾਂ ਤੋਂ ਵੀ ਉਹ ਕਰਜ਼ਾ ਲੈ ਸਕਦੇ ਸੀ, ਜਿਸ ਦੇ ਨਾਲ ਉਹਨਾਂ ਦੀ ਆਰਥਿਕ ਜੋ ਇੱਕ ਸਥਿਤੀ ਹੈ ਉਹਦੇ ਵਿੱਚ ਕਾਫੀ ਸੁਧਾਰ ਆਇਆ। ਇਸ ਤੋਂ ਇਲਾਵਾ ਆਰਥਿਕਤਾ ਜਾਂ ਅਰਥ ਵਿਵਸਥਾ ਦੇ ਬਦਲਾਵ ਦੇ ਵਿੱਚ ਗੱਲ ਕਰਾਂਗੇ ਉਦਯੋਗਾਂ ਦੀ, ਇੰਡਸਟਰੀਲਾਈਜੇਸ਼ਨ ਦੀ।
ਜਿਸ ਦੇ ਵਿੱਚ ਲੋਕਾਂ ਨੇ ਉਦਯੋਗਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਸ਼ਹਿਰਾਂ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ, ਜਿਸ ਦੇ ਨਾਲ ਪ੍ਰਵਾਸ ਜਾਂ ਮਾਈਗ੍ਰੇਸ਼ਨ ਵੀ ਦੇਖਣ ਨੂੰ ਮਿਲੀ ਅਤੇ ਉਹਨਾਂ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਹੋਰ ਸਾਧਨ ਵੀ ਪੈਦਾ ਕਰਨੇ ਸ਼ੁਰੂ ਕੀਤੇ ਅਤੇ ਹੋਰ ਕਈ ਨਵੇਂ ਸਾਧਨਾਂ ਦਾ ਵੀ ਪ੍ਰਯੋਗ ਕਰਨਾ ਸ਼ੁਰੂ ਕੀਤਾ। ਸੋ ਜਿਹੜੇ ਕਬਾਇਲੀ ਲੋਕ ਜ਼ਿਆਦਾ ਪੈਸਾ ਕਮਾ ਰਹੇ ਹਨ, ਉਹਨਾਂ ਦੀ ਸਮਾਜਿਕ ਸਥਿਤੀ ਵੀ ਉੱਚੀ ਹੋਣੀ ਸ਼ੁਰੂ ਹੋਈ, ਜਿਸ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਨੂੰ ਇੱਕ ਸਹੀ ਦਿਸ਼ਾ ਜਾਂ ਸਹੀ ਢੰਗ ਨਾਲ ਜੀਣਾ ਸ਼ੁਰੂ ਕਰਤਾ। ਇਸ ਤੋਂ ਇਲਾਵਾ ਕੁਝ ਕਬੀਲਿਆਂ ਦੇ ਨੇਤਾ ਵੀ ਬਣ ਗਏ, ਉਹਨਾਂ ਨੇ ਰਾਜਨੀਤੀ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਆਪਣੀਆਂ ਮੰਗਾਂ, ਆਪਣੇ ਹੱਕ ਸਰਕਾਰ ਤੱਕ ਜਾਂ ਹੋਰ ਵੱਡੇ ਲੀਡਰਾਂ ਤੱਕ ਪਹੁੰਚਾਉਣੇ ਸ਼ੁਰੂ ਕੀਤੇ, ਜਿਸ ਨੇ ਕਾਫੀ ਹੱਦ ਤੱਕ ਪਰਿਵਰਤਨ ਲੈ ਕੇ ਜਿੱਥੇ ਪਹਿਲਾਂ ਮੈਂ ਦੱਸਿਆ ਸੀ ਕਿ ਕਬਾਇਲੀ ਸਮਾਜ ਦੇ ਲੋਕ ਉਹਨਾਂ ਦੇ ਉਸ ਸਮਾਜ ਦੇ ਵਿੱਚ ਜਾਤੀ ਵਿਵਸਥਾ ਜਾਂ ਵਰਗ ਵਿਵਸਥਾ ਜਾਂ ਸ਼੍ਰੇਣੀ ਪਾਈ ਨਹੀਂ ਸੀ ਜਾਂਦੀ। ਕਿਉਂਕਿ ਲੋਕਾਂ ਦਾ ਜੀਵਨ ਬੜਾ ਸਧਾਰਨ ਸੀ ਤੇ ਇੱਕੋ ਵਰਗ ਦੇ ਵਿੱਚ ਇੱਕੋ ਢੰਗ ਦੇ ਨਾਲ ਉਹਨਾਂ ਦਾ ਜੀਵਨ ਜਾਂ ਉਹਨਾਂ ਦੀ ਜੋ ਮਤਲਬ ਦਰਜਾਬੰਦੀ ਦੀ ਕੋਈ ਥਾਂ ਨਹੀਂ ਸੀ, ਸਤਰੀਕਰਨ ਨਹੀਂ ਸੀ ਤੇ ਇਹ ਦੇਖਣ ਨੂੰ ਮਿਲਦਾ ਸੀ ਕਿ ਇੱਕੋ ਦਰਜੇ ਤੇ ਸੀ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਵ ਆਇਆ ਤੇ ਹੌਲੀ ਹੌਲੀ ਸ਼੍ਰੇਣੀ ਜਾਂ ਫਿਰ ਵਰਗ ਉਸ ਕਬਾਇਲੀ ਸਮਾਜ ਦੇ ਵਿੱਚ ਦੇਖਣ ਨੂੰ ਮਿਲੇ। ਸੋ ਕੁਝ ਲੋਕ ਜੋ ਅਮੀਰ ਸੀ ਉਹ ਹੋਰ ਜ਼ਿਆਦਾ ਅਮੀਰ ਹੋ ਗਏ ਅਤੇ ਗਰੀਬ ਲੋਕ ਹੋਰ ਗਰੀਬ ਹੋ ਗਏ। ਸੋ ਇਸ ਤਰ੍ਹਾਂ ਦੀ ਜੋ ਸਥਿਤੀ ਸੀ ਉਹ ਸਮਾਜ ਦੇ ਵਿੱਚ ਹੁਣ ਦੇਖਣ ਨੂੰ ਮਿਲਦੀ। ਅਰਥ ਵਿਵਸਥਾ ਦੇ ਵਿੱਚ ਇੱਕ ਹੋਰ ਮੰਡੀ ਅਰਥ ਵਿਵਸਥਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਅਰਥ ਵਿਵਸਥਾ ਦਾ। ਸੋ ਜਿਸ ਦੇ ਵਿੱਚ ਕਬੀਲਿਆਂ ਦੇ ਲੋਕਾਂ ਦਾ ਜੀਵਨ ਪੱਧਰ ਹੋਰ ਵੀ ਉੱਚਾ ਹੋ ਗਿਆ। ਜੋ ਫਸਲ ਜ਼ਰੂਰਤ ਤੋਂ ਵੱਧ ਉਗਾਈ ਜਾਂਦੀ ਸੀ ਉਸ ਨੂੰ ਮੰਡੀਆਂ ਦੇ ਵਿੱਚ ਵੇਚਿਆ ਜਾਂਦਾ ਸੀ ਔਰ ਵਧੀਆ ਕੀਮਤਾਂ ਤੇ ਆਪਣੀਆਂ ਜ਼ਰੂਰਤ ਤੇ ਇੱਛਾਵਾਂ ਨਾਲੋਂ ਵੱਧ ਚੀਜ਼ਾਂ ਮਤਲਬ ਉਹ ਉਤਪਾਦਨ ਕਰਦੇ ਸੀ ਅਤੇ ਆਪਣੀ ਮਰਜ਼ੀ ਨਾਲ ਜਾਂ ਆਪਣੇ ਹੱਥ ਨਾਲ ਕੰਮ ਕਰਨ ਦੀ ਥਾਂ ਉਹਨਾਂ ਨੇ ਨੌਕਰੀਆਂ ਵੀ ਕਰਨੀਆਂ ਸ਼ੁਰੂ ਕੀਤੀਆਂ ਅਤੇ ਜਿਸ ਦੇ ਨਾਲ ਉਹਨਾਂ ਨੇ ਨੌਕਰੀਆਂ ਕਰਨੀਆਂ ਪਸੰਦ ਕਰਨੀਆਂ ਸ਼ੁਰੂ ਕੀਤੀਆਂ ਕਿਉਂਕਿ ਉਹ ਚੀਜ਼ ਬੜੀ ਹੀ ਉਹਨਾਂ ਨੂੰ ਆਸਾਨ ਜਾਂ ਬੜੀ ਹੀ ਸੌਖੀ ਲੱਗੀ, ਜਿਸ ਕਾਰਨ ਕਬਾਇਲੀ ਸਮਾਜ ਕੁਝ ਉੱਚ ਵਰਗ, ਮੱਧ ਵਰਗ ਜਾਂ ਨੀਵੇਂ ਵਰਗ ਦੇ ਵਿੱਚ ਮਤਲਬ ਵੰਡਿਆ ਗਿਆ ਅਤੇ ਉੱਚ ਵਰਗ ਦੇ ਕਬਾਇਲੀ ਸਮਾਜ ਦੇ ਲੋਕ ਨੀਵੇਂ ਕਬਾਇਲੀ ਸਮਾਜ ਦੇ ਲੋਕਾਂ ਦਾ ਸ਼ੋਸ਼ਣ ਵੀ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ, ਜੋ ਇੱਕ ਤਰ੍ਹਾਂ ਦੀ ਕੁਝ ਹੱਦ ਤੱਕ ਸਮਾਜਿਕ ਸਮੱਸਿਆ ਵੀ ਰਹੀ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਦੀ ਗੱਲ ਕਰਾਂਗੇ ਸਿਆਸੀ ਤਬਦੀਲੀ ਜਾਂ ਫਿਰ ਰਾਜਨੀਤਿਕ ਪਰਿਵਰਤਨ। ਸੋ ਰਾਜਨੀਤਿਕ ਪਰਿਵਰਤਨ ਰਾਜਨੀਤਿਕ ਸ਼ਬਦ ਤੋਂ ਪਤਾ ਲੱਗਦਾ ਹੈ ਕਿ ਰਾਜਨੀਤੀ ਬਾਰੇ ਇੱਥੇ ਗੱਲ ਹੋਏਗੀ। ਸੋ ਪੁਰਾਣੇ ਸਮਾਜ ਦੇ ਵਿੱਚ ਜਾਂ ਪੁਰਾਣੇ ਸਮੇਂ ਦੇ ਵਿੱਚ ਕਬੀਲਿਆਂ ਦੇ ਵਿੱਚ ਜਿੰਨੇ ਵੀ ਫੈਸਲੇ ਹੁੰਦੇ ਸੀ ਉਹ ਪਰਿਵਾਰ ਦੇ ਮੁਖੀਆ ਦੁਆਰਾ, ਉਸ ਕਬੀਲੇ ਦੇ ਮੁਖੀ ਦੁਆਰਾ ਜਾਂ ਪੰਚਾਇਤ ਦੁਆਰਾ ਹੀ ਲਿੱਤੇ ਜਾਂਦੇ ਸਨ। ਸੋ ਪੰਚਾਇਤ ਖੇਤਰ ਦੇ ਵਿੱਚ ਹਮੇਸ਼ਾ ਸੰਘਰਸ਼ ਦੀ ਸਥਿਤੀ ਬਣੀ ਰਹਿੰਦੀ ਸੀ ਕਿਉਂਕਿ ਰਾਜਨੀਤਿਕ ਕੰਮ ਕੁੱਲ ਦੇ ਆਧਾਰ ਦੇ ਉੱਤੇ ਵੀ ਹੁੰਦੇ ਸਨ, ਕੁੱਲ ਦੇ ਆਧਾਰ ਦੁਆਰਾ ਚੱਲਦੇ ਸੀ। ਸੋ ਇਸ ਦਾ ਕਾਰਨ ਇਹ ਸੀ ਵੱਖੋ ਵੱਖਰੇ ਜੋ ਕੁੱਲ ਹੈ ਉਹ ਰਾਜਨੀਤਿਕ ਜੀਵਨ ਉੱਤੇ ਕਈ ਤਰ੍ਹਾਂ ਦਾ ਪਰਿਵਰਤਨ ਵੀ ਪਾਉਂਦੇ ਸੀ। ਪਰ ਹੁਣ ਰਾਜਨੀਤਿਕ ਤੌਰ ਤੇ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਕੁੱਲ ਦੀ ਥਾਂ ਸਰਕਾਰ ਨੇ ਲੈ ਲਈ ਹੈ, ਕਾਨੂੰਨ ਨੇ ਲੈ ਲਈ ਹੈ, ਪੁਲਿਸ ਨੇ ਲੈ ਲਈ ਹੈ। ਸੋ ਇਸ ਦੇ ਨਾਲ ਜੋ ਰਿਸ਼ਤੇਦਾਰੀ ਹੈ ਉਸ ਦਾ ਮਹੱਤਵ ਵੀ ਕਾਫੀ ਘੱਟ ਗਿਆ ਹੈ ਕਿਉਂਕਿ ਲੋਕਾਂ ਨੇ ਆਧੁਨਿਕਰਨ ਕਾਰਨ ਜਾਂ ਫਿਰ ਪੱਛਮੀਕਰਨ ਕਾਰਨ ਆਪਣੇ ਪਰਿਵਾਰਾਂ ਦੇ ਵਿੱਚ ਉਹ ਸੰਯੁਕਤ ਪਰਿਵਾਰ ਤੋਂ ਕੇਂਦਰੀ ਪਰਿਵਾਰ ਦੇ ਵਿੱਚ ਵੀ ਤਬਦੀਲੀਆਂ ਲੈ ਆਏ ਹਨ। ਇਸ ਤੋਂ ਇਲਾਵਾ ਸਿਆਸੀ ਜਾਂ ਰਾਜਨੀਤਿਕ ਤਬਦੀਲੀਆਂ ਦੇ ਵਿੱਚ ਇਹ ਗੱਲ ਕਰਾਂਗੇ ਕਿ ਕਬੀਲਿਆਂ ਦੀ ਜੋ ਅਗਵਾਈ ਸੀ ਉਸ ਅਗਵਾਈ ਕਰਨ ਦਾ ਜੋ ਢੰਗ ਸੀ ਉਹ ਵੀ ਹੁਣ ਕਾਫੀ ਹੱਦ ਤੱਕ ਬਦਲ ਗਿਆ। ਹੁਣ ਅਗਵਾਈ ਰਿਸ਼ਤੇਦਾਰੀ ਉੱਤੇ ਆਧਾਰ ਨਹੀਂ ਹੁੰਦੀ ਬਲਕਿ ਪਰੰਪਰਾਗਤ ਜੋ ਰਾਜਨੀਤਿਕ ਜੋ ਸੰਘ ਸੀ ਉਹ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ, ਜਿਸ ਦੇ ਨਾਲ ਜੋ ਸਰਕਾਰੀ ਪ੍ਰਸ਼ਾਸਨ ਹੈ ਉਸਨੇ ਉਸ ਚੀਜ਼ ਦਾ ਹਿੱਸਾ ਬਣਿਆ ਜਾਂ ਇਸ ਚੀਜ਼ ਨੂੰ ਕਵਰ ਅਪ ਕਰ ਲਿਆ। ਤੇ ਹੁਣ ਜੇਕਰ ਕੋਈ ਵਿਅਕਤੀ ਅਪਰਾਧ ਵੀ ਕਰਦਾ ਸੀ ਜਾਂ ਫਿਰ ਕੋਈ ਹੋਰ ਕਈ ਤਰ੍ਹਾਂ ਦਾ ਜੇ ਕੋਈ ਗਲਤ ਕੰਮ ਵੀ ਕਰਦਾ ਸੀ ਤਾਂ ਕਬਾਇਲੀ ਜੋ ਪੰਚਾਇਤ ਸੀ ਉਹ ਇਸ ਚੀਜ਼ ਦਾ ਫੈਸਲਾ ਨਹੀਂ ਸੀ ਕਰਦੀ। ਹੁਣ ਸਰਕਾਰ ਦੁਆਰਾ, ਕਾਨੂੰਨ ਦੁਆਰਾ ਇਹ ਸਾਰੀ ਚੀਜ਼ਾਂ ਦੇ ਫੈਸਲੇ ਲਿੱਤੇ ਜਾਂਦੇ ਸੀ ਕਿਉਂਕਿ ਸਾਰੇ ਹੀ ਤਰਫ ਭਾਵੇਂ ਲੋਕ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾਂ ਕਬਾਇਲੀ ਸਮਾਜ ਦਾ ਹਿੱਸਾ ਹਨ, ਸਾਰੇ ਹੀ ਤਰਫ ਸਰਕਾਰ
ਦੇ ਅਧੀਨ ਹੀ ਇਹ ਸਾਰੀਆਂ ਸਮਾਜ ਜਾਂ ਸਾਰੀਆਂ ਸੰਸਥਾਵਾਂ, ਸਾਰੇ ਸਮੂਹ ਪਾਏ ਜਾਂਦੇ ਸਨ। ਅਤੇ ਇਸ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਹੁਣ ਕਬੀਲਿਆਂ ਦੇ ਵਿੱਚ ਰਾਜਨੀਤਿਕ ਚੇਤਨਾ ਵੀ ਵੱਧ ਗਈ। ਰਾਜਨੀਤਿਕ ਤੌਰ ਉੱਤੇ ਲੋਕਾਂ ਨੇ ਕਬੀਲੇ ਦੇ ਲੋਕਾਂ ਨੇ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਉਹ ਲੋਕਾਂ ਨੇ ਵੋਟ ਪਾਉਣ ਦੀ ਜੋ ਉਹਨਾਂ ਦਾ ਅਧਿਕਾਰ ਸੀ, ਉਹਨਾਂ ਨੂੰ ਵੀ ਉਹ ਅਧਿਕਾਰ ਵੀ ਮਿਲਣਾ ਸ਼ੁਰੂ ਹੋ ਗਿਆ। ਅਤੇ ਇਸ ਦੇ ਨਾਲ-ਨਾਲ ਇਹ ਦੇਖਣ ਨੂੰ ਮਿਲਿਆ ਕਿ ਭਾਵੇਂ ਇਹ ਸਾਰੀਆਂ ਚੀਜ਼ਾਂ ਸੀ, ਪਰ ਫਿਰ ਵੀ ਕਬੀਲੇ ਦੇਸ਼ ਦੇਸ਼ ਦੀ ਮਤਲਬ ਜੋ ਰਾਜਨੀਤੀ ਸੀ, ਉਸਦਾ ਵੀ ਹਿੱਸਾ ਹੌਲੀ-ਹੌਲੀ ਉਹ ਬਣਦੇ ਚਲੇ ਗਏ। ਅਤੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਕਾਫੀ ਏਦਾਂ ਦੇ ਹਾਲਾਤ ਵੀ ਪੈਦਾ ਹੋ ਗਏ, ਜਿਸ ਨੇ ਕਬਾਇਲੀ ਸਮਾਜ ਦੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਸੰਘਰਸ਼ ਵੀ ਪੈਦਾ ਕਰ ਦਿੱਤਾ। ਉਸ ਤੋਂ ਬਾਅਦ ਗੱਲ ਕਰਾਂਗੇ ਅਗਲੇ ਪੁਆਇੰਟ ਦੀ, ਜੋ ਪਰਿਵਰਤਨ ਜਾਂ ਤਬਦੀਲੀਆਂ ਦੇ ਵਿੱਚ ਦੇਖਣ ਨੂੰ ਮਿਲਿਆ, ਜੋ ਹੈ ਸਮਾਜਿਕ ਜਾਂ ਸੱਭਿਆਚਾਰਕ ਤਬਦੀਲੀਆਂ। ਸੋ ਸਮਾਜਿਕ ਸੱਭਿਆਚਾਰਕ ਪਰਿਵਰਤਨ, ਸਮਾਜ ਦੇ ਨਾਲ-ਨਾਲ ਜਾਂ ਸਮਾਜ ਦੇ ਵਿੱਚ ਸੱਭਿਆਚਾਰ ਇੱਕ ਜੋ ਹਿੱਸਾ ਹੈ, ਕਿਉਂਕਿ ਸੱਭਿਆਚਾਰ ਇੱਕ ਅਜਿਹੀ ਚੀਜ਼ ਹੈ ਜੋ ਇੱਕ ਜਾਨਵਰ ਤੋਂ ਇੱਕ ਵਿਅਕਤੀ ਨੂੰ ਵੱਖ ਕਰਦੀ ਹੈ, ਜੋ ਵਿਅਕਤੀ ਕੋਲ ਹੈ ਲੇਕਿਨ ਜਾਨਵਰਾਂ ਦੇ ਕੋਲ ਨਹੀਂ। ਸੋ ਇਹ ਜਦੋਂ ਆਦੀਵਾਸੀ ਲੋਕ ਸੀ, ਇੱਕ ਤਰ੍ਹਾਂ ਦੇ ਜਾਨਵਰਾਂ ਦੇ ਵਾਂਗ ਹੀ ਸੀ। ਹੌਲੀ-ਹੌਲੀ ਜਦੋਂ ਪਰਿਵਰਤਨ ਦੇਖਣ ਨੂੰ ਮਿਲਿਆ ਜਾਂ ਜਦੋਂ ਉਹਨਾਂ ਨੇ ਆਧੁਨਿਕਰਨ ਜਾਂ ਮਾਡਰਨਾਈਜੇਸ਼ਨ, ਜਿਸਨੂੰ ਆਧੁਨਿਕਰਨ ਦਾ ਨਾਮ ਹੀ ਦਿੱਤਾ ਜਾਂਦਾ ਹੈ, ਪੱਛਮੀਕਰਨ ਜਾਂ ਫਿਰ ਉਦਯੋਗ ਦਾ ਜਦੋਂ ਸਮਾਜ ਦੇ ਵਿੱਚ ਦੇਖਣ ਨੂੰ ਮਿਲਿਆ, ਤਾਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਤੇ ਲੋਕ ਸੱਭਿਆ ਵਿਅਕਤੀ ਵੀ ਬਣ ਗਏ। ਕਬੀਲੇ ਦੇ ਲੋਕ ਸੱਭਿਆ ਵਿਅਕਤੀ ਬਣ ਗਏ। ਸੋ ਲੋਕਾਂ ਦੇ ਉੱਤੇ ਲੋਕਾਂ ਨੇ ਆਪਣੀਆਂ ਪਰੰਪਰਾਵਾਂ, ਕਬੀਲੇ ਦੇ ਲੋਕਾਂ ਨੇ ਰੀਤੀ ਰਿਵਾਜ, ਉਹਨਾਂ ਦੇ ਵਿੱਚ ਕਈ ਪਰਿਵਰਤਨ ਲੈ ਕੇ ਆਏ। ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਛੱਡ ਕੇ ਦੂਜੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਣਾ ਸ਼ੁਰੂ ਕੀਤਾ ਅਤੇ ਈਸਾਈ ਧਰਮ ਦਾ ਪ੍ਰਭਾਵ ਅਧੀਨ ਲੋਕਾਂ ਨੇ ਰਹਿਣਾ ਸ਼ੁਰੂ ਕੀਤਾ। ਪੱਛਮੀ ਢੰਗ ਨੂੰ ਅਪਣਾ ਲਿਆ, ਜਿਸ ਦੇ ਨਾਲ ਕੀ ਹੈ ਕਈ ਪਰਿਵਰਤਨ ਦੇਖਣ ਨੂੰ ਮਿਲੇ। ਸੋ ਇਹਨਾਂ ਲੋਕਾਂ ਉੱਤੇ ਹਿੰਦੂ ਧਰਮ ਦੇ ਵੀ ਰੀਤੀ ਰਿਵਾਜਾਂ ਦਾ ਕਾਫੀ ਪ੍ਰਭਾਵ ਪਿਆ, ਜਿਸ ਨੇ ਲੋਕਾਂ ਦੀ ਭਾਸ਼ਾ, ਖਾਣ ਪੀਣ ਦਾ ਢੰਗ, ਕੱਪੜੇ ਪਾਉਣ ਦਾ ਢੰਗ, ਬੋਲਚਾਲ, ਜਿਸ ਨੂੰ ਭਾਸ਼ਾ ਦੇ ਅਧੀਨ ਆਉਂਦਾ ਹੈ, ਗੱਲਬਾਤ ਕਰਨ ਦਾ ਢੰਗ, ਇਹ ਸਾਰੇ ਢੰਗਾਂ ਦੇ ਵਿੱਚ ਬਦਲਾਵ ਲੈ ਕੇ ਆਉਂਦਾ। ਤੇ ਆਧੁਨਿਕ ਸਿੱਖਿਆ ਦੇ ਪ੍ਰਸਾਰ ਨੇ ਵੀ ਇਹਨਾਂ ਦੇ ਸੱਭਿਆਚਾਰ ਦੇ ਵਿੱਚ ਕਾਫੀ ਪਰਿਵਰਤਨ ਲੈ ਕੇ ਆਂਦਾ ਹੈ, ਜਿਸ ਦੇ ਨਾਲ ਆਪਾਂ ਜੋ ਅੱਜ ਤਬਦੀਲੀਆਂ ਬਾਰੇ ਗੱਲ ਕਰ ਰਹੇ ਹਾਂ, ਉਸ ਦੇ ਵਿੱਚ ਸੱਭਿਆਚਾਰਕ ਤਬਦੀਲੀ ਵੀ ਇੱਕ ਮੁੱਖ ਤਬਦੀਲੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਕਬੀਲੇ ਪਹਿਲਾਂ ਹਿੰਦੂ ਧਰਮ ਦੇ ਸੰਸਕਾਰਾਂ ਦੇ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡਾ ਹੀ ਸੱਭਿਆਚਾਰ ਜਾਂ ਸਾਡੀ ਸੰਸਕ੍ਰਿਤੀ ਹੀ ਸਭ ਤੋਂ ਉੱਚੀ ਹੈ। ਪਰ ਹੌਲੀ-ਹੌਲੀ ਜੀਵਨ ਦੇ ਕਈ ਮੌਕਿਆਂ ਦੇ ਸਮੇਂ, ਜਿਵੇਂ ਜਨਮ ਸਮੇਂ, ਮ੍ਰਿਤੂ ਸਮੇਂ ਜਾਂ ਵਿਆਹ ਦੇ ਸਮੇਂ, ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਰਿਵਰਤਨ ਲਿਆਉਣੇ ਸ਼ੁਰੂ ਕਰਤੇ। ਜਿਵੇਂ ਮੈਂ ਇਹ ਚੀਜ਼ ਪਹਿਲਾਂ ਵੀ ਇੱਥੇ ਇਸ ਚੀਜ਼ ਦਾ ਵਰਣਨ ਕੀਤਾ ਸੀ ਕਿ ਜਨਮ ਲੈਣ ਸਮੇਂ ਜੋ ਨਾਮਕਰਨ ਹੁੰਦਾ ਸੀ, ਉਹ ਵੀ ਹਿੰਦੂ ਧਰਮ ਦੇ ਅਨੁਸਾਰ ਰੱਖਿਆ ਗਿਆ, ਜਾਂ ਫਿਰ ਦੇਹ ਸੰਸਕਾਰ, ਮ੍ਰਿਤੂ ਸਮੇਂ ਦੇਹ ਸੰਸਕਾਰ ਜਦੋਂ ਕਰਦੇ ਸੀ ਤਦ ਅੱਗ ਲਗਾ ਕੇ ਸੰਸਕਾਰ ਕੀਤਾ ਗਿਆ। ਵਿਆਹ ਸਮੇਂ ਅੱਗ ਦੇ ਚਾਰੋਂ ਤਰਫ ਫੇਰੇ ਦਿੱਤੇ ਗਏ, ਪੰਡਿਤ ਨੂੰ ਬੁਲਾਇਆ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਕਬਾਇਲੀ ਸਮਾਜ ਦੀਆਂ ਇਹ ਚੀਜ਼ਾਂ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋਇਆ, ਜਿਸ ਨੇ ਜੋ ਕਦਰਾਂ ਕੀਮਤਾਂ ਸੀ, ਮਾਪਦੰਡ ਸੀ, ਲੋਕਾਂ ਨੇ ਦੂਜੇ ਸਮੂਹ ਦੇ ਮਾਪਦੰਡ ਜਾਂ ਕਦਰਾਂ ਕੀਮਤਾਂ ਨੂੰ ਅਪਣਾਉਣਾ ਸ਼ੁਰੂ ਕਰਤਾ। ਅਤੇ ਇਹਨਾਂ ਪਰਿਵਰਤਨਾਂ ਕਾਰਨ ਹੀ ਉਹ ਹਿੰਦੂ ਸਮਾਜ ਦੇ ਨਾਲ ਲੋਕ ਜੁੜਨਾ ਸ਼ੁਰੂ ਹੋ ਗਏ ਅਤੇ ਉਹਨਾਂ ਨੇ ਹਿੰਦੂ ਧਰਮ ਨੂੰ ਤੇ ਉਸ ਦੇ ਨਾਲ-ਨਾਲ ਕਈ ਲੋਕਾਂ ਨੇ ਈਸਾਈ ਧਰਮ ਨੂੰ ਅਪਣਾ ਲਿਆ ਅਤੇ ਜੋ ਇੱਕ ਵੱਖਰਾਪਨ ਸੀ ਉਹ ਵੀ ਲਗਾਤਾਰ ਖਤਮ ਹੁੰਦਾ ਜਾਣ ਲੱਗ ਪਿਆ। ਕਿਉਂਕਿ ਹੁਣ ਜੇ ਦੇਖਿਆ ਜਾਂਦਾ ਹੈ ਤਾਂ ਲੋਕਾਂ ਨੂੰ ਦੇਖ ਕੇ ਨਹੀਂ ਲੱਗਦਾ ਕਿ ਹਾਂ ਇਹ ਵਿਅਕਤੀ ਕਿਸੇ ਕਬੀਲੇ ਨਾਲ ਸੰਬੰਧਿਤ ਹੈ ਜਾਂ ਫਿਰ ਇਹ ਆਦੀਵਾਸੀ ਸਮਾਜ, ਇੱਕ ਸਮੇਂ ਦੇ ਵਿੱਚ ਆਦੀਵਾਸੀ ਸਮਾਜ ਦਾ ਹਿੱਸਾ ਹੁੰਦੇ ਸਨ। ਇਸ ਤੋਂ ਇਲਾਵਾ ਗੱਲ ਕਰਾਂਗੇ ਕੁਝ ਜੋ ਸਬ ਪੁਆਇੰਟਸ ਵੀ ਇਹਦੇ ਵਿੱਚੋਂ ਨਿਕਲ ਕੇ ਆਏ ਹਨ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦੇ ਵਿੱਚ ਵਿਕਾਸ, ਸੜਕਾਂ ਦਾ ਬਣਨਾ, ਕਬਾਇਲੀ ਸਮਾਜ ਦੇ ਵਿੱਚ ਹੀ ਫੈਕਟਰੀਆਂ ਦਾ ਬਣਨਾ, ਰੇਲਵੇ ਲਾਈਨ ਦਾ ਨਿਕਲਣਾ ਜਾਂ ਫਿਰ ਮੋਬਾਈਲ ਫੋਨਸ ਦਾ ਹੋਣਾ, ਸੰਚਾਰ ਦੇ ਸਾਧਨਾਂ ਦਾ ਜਦੋਂ ਵਿਕਾਸ ਹੋਣਾ ਸ਼ੁਰੂ ਹੋਇਆ, ਭਾਵੇਂ ਉਹ ਅੰਗਰੇਜ਼ਾਂ ਦੀ ਹੀ ਦੇਣ ਸੀ ਜਾਂ ਆਧੁਨਿਕ ਸਮਾਜ ਦੇ ਕਾਰਨ। ਸੋ ਇਹ ਸਾਰੀਆਂ ਚੀਜ਼ਾਂ ਦਾ ਪਰਿਵਰਤਨ ਸਮਾਜ ਦੇ ਵਿੱਚ ਦੇਖਣ ਨੂੰ ਮਿਲਿਆ, ਜਿਸ ਨੇ ਕਬਾਇਲੀ ਸਮਾਜ ਦੇ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਗੂੜਾ, ਬਹੁਤ ਡੂੰਘਾ ਅਸਰ ਪਾਇਆ ਤੇ ਉਹਨਾਂ ਨੂੰ ਤਰੱਕੀ ਵੱਲ ਵੀ ਲੈ ਕੇ ਗਿਆ। ਹੁਣ ਤਰੱਕੀ ਵੱਲ ਲੈ ਕੇ ਜਾਣ ਦਾ ਇਹ ਇੱਥੇ ਅਰਥ ਹੈ ਕਿ ਲੋਕੀ ਵੱਖੋ ਵੱਖਰੀ ਸ਼੍ਰੇਣੀਆਂ ਦੇ ਵਿੱਚ ਬਦਲ ਗਏ, ਉਹਨਾਂ ਦੀ ਅਰਥ ਵਿਵਸਥਾ ਜਾਂ ਉਹਨਾਂ ਦੀ ਆਰਥਿਕ ਸਥਿਤੀ ਕਾਫੀ ਉੱਚੀ ਹੋਈ। ਹੁਣ ਕਬੀਲੇ ਏਦਾਂ ਦੇ ਨਹੀਂ ਹਨ, ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ, ਜੋ ਸਿਰਫ ਸ਼ਿਕਾਰ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਹਨ ਜਾਂ ਫਿਰ ਜੋ ਸਿਰਫ
ਪ੍ਰਾਚੀਨ ਸਮੇਂ ਦੇ ਵਾਂਗ ਹੀ ਰਹਿੰਦੇ ਹਨ। ਹੁਣ ਉਹਨਾਂ ਦੇ ਵਿੱਚ ਵੀ ਆਧੁਨਿਕਰਨ ਆ ਗਿਆ ਹੈ। ਇਸ ਤੋਂ ਇਲਾਵਾ ਮੰਡੀ ਅਰਥ ਵਿਵਸਥਾ ਜਾਂ ਮਾਰਕੀਟ ਆਰਥਿਕਤਾ ਵੀ ਦੇਖਣ ਨੂੰ ਮਿਲੀ, ਜਿਸ ਦੇ ਵਿੱਚ ਪਹਿਲਾਂ ਲੋਕ ਕਬਾਇਲੀ ਸਮਾਜ ਦੇ ਵਿੱਚ ਲੋਕ ਕੀ ਕਰਦੇ ਸੀ, ਮਹੀਨੇ ਦੇ ਵਿੱਚ ਇੱਕ ਵਾਰੀ ਜੋ ਵੀ ਚੀਜ਼ਾਂ ਉਹ ਬਣਾਉਂਦੇ ਸੀ ਆਪਣੇ ਹੱਥਾਂ ਨਾਲ, ਭਾਵੇਂ ਉਹ ਔਜ਼ਾਰ ਹੈ, ਕੋਈ ਟੋਕਰੀਆਂ ਹੈ ਬਾਂਸ ਦੀਆਂ, ਜਾਂ ਫਿਰ ਰੱਸੀ ਹੈ, ਸੂਤ ਦੀਆਂ ਰੱਸੀਆਂ ਬਣਾਈਆਂ ਜਾਂਦੀਆਂ ਸੀ, ਮਿੱਟੀ ਦੇ ਭਾਂਡੇ ਜਾਂ ਖਿਡੌਣੇ ਬਣਾਏ ਜਾਂਦੇ ਸੀ। ਸੋ ਪਹਿਲਾਂ ਉਹ ਵਿਅਕਤੀ ਸਿਰਫ ਆਪਣੇ ਲਈ ਇਹ ਚੀਜ਼ਾਂ ਬਣਾਉਂਦੇ ਸੀ। ਹੌਲੀ ਹੌਲੀ ਜਿਵੇਂ ਅਰਥ ਵਿਵਸਥਾ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ, ਉਹਨਾਂ ਨੇ ਇਹ ਚੀਜ਼ਾਂ ਆਪਣੀ ਲੋੜ ਤੋਂ ਵੱਧ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਬਾਜ਼ਾਰਾਂ ਦੇ ਵਿੱਚ ਵੇਚਣੀਆਂ ਸ਼ੁਰੂ ਕੀਤੀਆਂ, ਮੰਡੀਆਂ ਦੇ ਵਿੱਚ ਵੇਚਣੀਆਂ ਸ਼ੁਰੂ ਕੀਤੀਆਂ। ਅਤੇ ਉਵੇਂ ਹੀ ਖੇਤੀਬਾੜੀ ਜਾਂ ਫਸਲਾਂ ਦੇ ਵਿੱਚ ਵੀ ਉਹਨਾਂ ਨੇ ਇੱਦਾਂ ਹੀ ਕੀਤਾ, ਜਿਸ ਦੇ ਵਿੱਚ ਉਹ ਅਨਾਜ ਲੋੜ ਤੋਂ ਵੱਧ ਉਗਾਉਂਦੇ ਸੀ ਅਤੇ ਉਹੀ ਅਨਾਜ ਉਗਾਇਆ ਜਾਂਦਾ ਸੀ ਜਿਸ ਦਾ ਉਹਨਾਂ ਨੂੰ ਫਾਇਦਾ ਸੀ। ਤੇ ਕੁਝ ਹੱਦ ਤੱਕ ਝੂਮ ਖੇਤੀ ਵੀ ਹੋਣੀ ਬੰਦ ਹੋ ਗਈ ਸੀ। ਝੂਮ ਖੇਤੀ ਕੀ ਸੀ ਕਿ ਵਿਅਕਤੀ ਆਪਣੀ ਜਗ੍ਹਾ ਬਦਲ ਕੇ ਖੇਤੀ ਕਰਦਾ ਹੈ, ਜਿਸ ਦੇ ਵਿੱਚ 1 ਜਾਂ 2 ਸਾਲ ਉਤਪਾਦਨ ਘੱਟ ਵੀ ਹੁੰਦਾ ਸੀ, ਪਾਣੀ ਦੀ ਵਿਵਸਥਾ ਨਹੀਂ ਸੀ ਹੁੰਦੀ, ਕੋਈ ਆਧੁਨਿਕ ਟੈਕਨੋਲੋਜੀ ਵੀ ਨਹੀਂ ਸੀ, ਤਕਨੀਕ ਵੀ ਨਹੀਂ ਸੀ, ਅਤੇ ਬੜੇ ਹੀ ਮਾੜੇ ਹਾਲਾਤ ਹੁੰਦੇ ਸੀ ਕਬਾਇਲੀ ਸਮਾਜ ਦੇ। ਪਰ ਮੰਡੀ ਆਰਥਿਕਤਾ ਜਾਂ ਅਰਥ ਵਿਵਸਥਾ ਦੇ ਆਉਣ ਦੇ ਨਾਲ ਕਾਫੀ ਸੁਧਾਰ ਹੋਇਆ ਅਤੇ ਲੋਕਾਂ ਨੇ ਪ੍ਰਾਚੀਨ ਢੰਗ ਨੂੰ ਛੱਡ ਕੇ ਜਾਂ ਪਰੰਪਰਾਗਤ ਆਪਣੇ ਪੇਸ਼ੇ ਨੂੰ ਛੱਡ ਕੇ ਇੱਕ ਮਾਡਰਨ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰਤਾ। ਉਸ ਤੋਂ ਇਲਾਵਾ ਕੁਝ ਹੋਰ ਤਬਦੀਲੀਆਂ ਵੀ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਸੰਵਿਧਾਨਿਕ ਵਿਵਸਥਾ ਦੇ ਵਿੱਚ ਆਪਾਂ ਗੱਲ ਕੀਤੀ ਸੀ ਇੱਥੇ ਕਿ ਸੰਵਿਧਾਨ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ, ਜਿਵੇਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਵੇਂ ਕਬੀਲਿਆਂ ਦੇ ਜੋ ਰਾਜਨੀਤਿਕ ਜੀਵਨ ਸੀ ਉਸ ਦੇ ਉੱਤੇ ਕਈ ਤਰ੍ਹਾਂ ਦੀਆਂ ਜੋ ਤਬਦੀਲੀਆਂ ਸੀ ਉਹ ਦੇਖਣ ਨੂੰ ਮਿਲੀਆਂ। ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ, ਲੋਕਾਂ ਨੇ ਰਾਜਨੀਤਿਕ ਸੰਸਥਾਵਾਂ ਦਾ ਹਿੱਸਾ ਬਣ ਗਏ ਅਤੇ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਸਰਕਾਰ ਨੇ ਵੀ ਸਰਕਾਰੀ ਯਤਨ ਵੀ ਦੇਖਣ ਨੂੰ ਮਿਲੇ, ਜਿਸ ਦੇ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਕੰਮ ਕੀਤਾ ਅਤੇ ਇਹ ਕਹਿ ਸਕਦੇ ਹਾਂ ਕਿ ਲੋਕਾਂ ਦੀ ਭਲਾਈ ਵਾਸਤੇ, ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਈ ਤਰ੍ਹਾਂ ਦੇ ਆਯੋਜਨ ਕੀਤੇ ਗਏ, ਕਈ ਤਰ੍ਹਾਂ ਦੀਆਂ ਸਕੀਮਸ ਜਾਂ ਪਲਾਨਸ ਬਣਾਏ ਗਏ, ਜਿਸ ਦੇ ਨਾਲ ਹਰ ਇੱਕ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਸਿੱਖਿਆ ਦਾ ਪ੍ਰਸਾਰ ਹੈ ਜਾਂ ਕਿਸ ਢੰਗ ਦੇ ਨਾਲ ਸਮਾਜ ਦੇ ਵਿੱਚ ਉਹ ਆਪਣੀ ਤਰੱਕੀ ਕਰ ਸਕਦੇ। ਇਸ ਤੋਂ ਇਲਾਵਾ ਆਧੁਨਿਕ ਸਿੱਖਿਆ ਦਾ ਪ੍ਰਸਾਰ ਦੇਖਣ ਨੂੰ ਮਿਲਿਆ। ਕਬਾਇਲੀ ਸਮਾਜ ਦੇ ਵਿੱਚ ਵੀ ਕਿਤੇ ਨਾ ਕਿਤੇ ਸਕੂਲ ਖੁੱਲ੍ਹੇ ਜਾਂ ਫਿਰ ਉਹ ਲੋਕਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਪਹਿਲਾਂ ਪ੍ਰਾਥਮਿਕ ਸਿੱਖਿਆ, ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਕਈ ਮੌਕੇ ਮਿਲੇ, ਵਜ਼ੀਫੇ ਲੱਗੇ, ਸਕਾਲਰਸ਼ਿਪਸ ਦੇਖਣ ਨੂੰ ਮਿਲੀਆਂ ਅਤੇ ਰਿਜ਼ਰਵੇਸ਼ਨਸ ਵੀ ਹਰ ਇੱਕ ਸੈਕਟਰ ਦੇ ਵਿੱਚ, ਹਰ ਇੱਕ ਫੀਲਡ ਦੇ ਵਿੱਚ ਦੇਖਣ ਨੂੰ ਮਿਲੀਆਂ, ਭਾਵੇਂ ਉਹ ਨੌਕਰੀ ਹੋਵੇ ਜਾਂ ਕੋਈ ਉਚੇਰੀ ਸਿੱਖਿਆ ਲੈਣ ਨਾ ਹੀ ਕਿਉਂ ਨਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਅਤੇ ਇਹ ਤਬਦੀਲੀਆਂ ਸਕਾਰਾਤਮਕ ਢੰਗ ਦੀਆਂ ਹੀ ਸੀ। ਕੁਝ ਚੀਜ਼ਾਂ ਨੇ ਇੱਕ ਨਕਾਰਾਤਮਕ ਢੰਗ ਦੇ ਨਾਲ, ਜਿਵੇਂ ਸੰਸਕ੍ਰਿਤੀ ਨੂੰ ਬਿਲਕੁਲ ਲੋਕਾਂ ਨੇ ਭੁੱਲਣਾ ਸ਼ੁਰੂ ਕਰਤਾ, ਜੋ ਆਪਾਂ ਅੱਗੇ ਪੜਾਂਗੇ ਇਸ ਦੇ ਵਿੱਚ ਹੋਰ। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ ਸਕਾਰਾਤਮਕ ਢੰਗ ਦਾ ਜ਼ਿਆਦਾ ਪ੍ਰਭਾਵ ਪਿਆ, ਉੱਥੇ ਕਿਤੇ ਨਾ ਕਿਤੇ ਨਕਾਰਾਤਮਕ ਤਬਦੀਲੀ ਵੀ ਦੇਖਣ ਨੂੰ। ਸੋ ਆਧੁਨਿਕ ਸਿੱਖਿਆ ਦਾ ਪ੍ਰਸਾਰ ਗੱਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਘਟ ਰਹੇ ਜੰਗਲ, ਹੁਣ ਜੰਗਲ ਘਟ ਰਹੇ ਹਨ ਕਿਉਂਕਿ ਉੱਥੇ ਜਦੋਂ ਸੜਕਾਂ ਨਿਕਲੀਆਂ, ਜਦੋਂ ਰੇਲਵੇਜ਼ ਜਾਂ ਰੇਲਵੇ ਟਰੈਕ ਨਿਕਲੇ, ਜਾਂ ਫਿਰ ਉੱਥੇ ਜਦੋਂ ਫੈਕਟਰੀਆਂ ਜਾਂ ਮਾਈਨਸ ਲਗਾਏ ਗਏ ਜਾਂ ਉਦਯੋਗ ਦਾ ਕੰਮ ਸ਼ੁਰੂ ਹੋਇਆ, ਜਾਂ ਫਿਰ ਉਹ ਜੰਗਲਾਂ ਨੂੰ ਦੇ ਵਿੱਚ ਪੇੜਾਂ ਨੂੰ ਕੱਟਿਆ ਗਿਆ, ਠੇਕੇਦਾਰਾਂ ਨੂੰ, ਸ਼ਾਹੂਕਾਰਾਂ ਨੂੰ ਉਹ ਚੀਜ਼ ਵੇਚ ਦਿੱਤੀ ਗਈ, ਜੰਗਲ ਵੇਚ ਦਿੱਤੇ ਗਏ, ਜਾਂ ਉਹ ਸ਼ਾਹੂਕਾਰ ਜਾਂ ਠੇਕੇਦਾਰ ਉਹਨਾਂ ਜੰਗਲਾਂ ਦੇ ਪ੍ਰਧਾਨ ਬਣ ਗਏ, ਉਹ ਏਰੀਆਜ਼ ਦੇ ਹੈਡ ਬਣ ਗਏ। ਤਾਂ ਉਸ ਕਾਰਨ ਕੀ ਹੈ, ਜੋ ਕਬਾਇਲੀ ਸਮਾਜ ਦੇ ਲੋਕ ਸੀ, ਉਹਨਾਂ ਦਾ ਜੋ ਹੱਕ ਸੀ ਜੰਗਲਾਂ ਉੱਤੇ, ਉਹ ਘਟਣਾ ਸ਼ੁਰੂ ਹੋ ਗਿਆ, ਜਿਸ ਨੇ ਉਹਨਾਂ ਨੂੰ ਮਾਨਸਿਕ ਤੌਰ ਉੱਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇਖਣ ਨੂੰ ਮਿਲੀਆਂ। ਜਿਹੜੇ ਲੋਕ ਬਜ਼ੁਰਗ ਸੀ ਜਾਂ ਫਿਰ ਜੋ ਵੱਡੀਆਂ ਉਮਰਾਂ ਦੇ ਸੀ, ਉਹਨਾਂ ਦੇ ਉੱਤੇ ਇਹ ਸਮਾਜਿਕ ਤੌਰ ਦੇ ਨਾਲ ਜੋ ਮਾਨਸਿਕ ਪਰੇਸ਼ਾਨੀਆਂ ਸੀ ਉਹ ਵੀ ਵੱਧਦੀਆਂ ਸ਼ੁਰੂ ਹੋਈਆਂ, ਜੋ ਇੱਕ ਤਰ੍ਹਾਂ ਦੀ ਤਬਦੀਲੀ। ਸ਼ੋਸ਼ਣ ਹੋਣਾ ਸ਼ੁਰੂ ਹੋਇਆ, ਜਿਸ ਦੇ ਵਿੱਚ ਸ਼ਾਹੂਕਾਰ ਜਾਂ ਠੇਕੇਦਾਰਾਂ ਨੇ ਲੋਕਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਕਰਜ਼ੇ ਦੇਣੇ ਸ਼ੁਰੂ ਕੀਤੇ ਅਤੇ ਉਸ ਚੀਜ਼ ਦਾ, ਕਿਉਂਕਿ ਲੋਕ ਭੋਲੇ ਭਾਲੇ ਸਨ ਅਤੇ ਇਹ ਸਾਰੀਆਂ ਚੀਜ਼ਾਂ ਦਾ
ਫਾਇਦਾ ਚੁੱਕ ਕੇ ਲੋਕਾਂ ਦਾ ਸ਼ੋਸ਼ਣ ਹੋਣਾ ਸ਼ੁਰੂ ਹੋਇਆ, ਜਿਸ ਦੇ ਵਿੱਚ ਔਰਤਾਂ ਦਾ ਵੀ ਸ਼ੋਸ਼ਣ ਕੀਤਾ ਗਿਆ, ਜਿਸ ਦੇ ਵਿੱਚ ਵੇਸ਼ਵਾਕਰਨ ਜਾਂ ਪ੍ਰੋਸਟੀਟਿਊਸ਼ਨ ਦੀ ਪ੍ਰੋਬਲਮ ਦੇਖਣ ਨੂੰ ਮਿਲੀ ਕਿ ਉਹਨਾਂ ਔਰਤਾਂ ਨੂੰ, ਉਹਨਾਂ ਕਬੀਲਿਆਂ ਦੇ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਗਲਤ ਢੰਗ ਨਾਲ, ਅਨੈਤਿਕ ਢੰਗ ਦੇ ਨਾਲ ਉਹਨਾਂ ਨਾਲ ਯੌਨ ਸੰਬੰਧ ਸਥਾਪਿਤ ਕੀਤੇ ਜਾਂਦੇ ਸੀ। ਸੋ ਜੋ ਕਈ ਤਰ੍ਹਾਂ ਦੀਆਂ ਸਿਹਤ ਨਾਲ ਸੰਬੰਧਿਤ ਬਿਮਾਰੀਆਂ ਨੂੰ ਵੀ ਅੱਗੇ ਲੈ ਕੇ ਆਏ, ਜਿਵੇਂ ਏਡਜ਼ ਹੈ ਜਾਂ ਟੀਬੀ ਹੈ, ਸੋ ਜਿਸ ਨੇ ਉਹਨਾਂ ਦੀ ਸਿਹਤ ਦੇ ਉੱਤੇ ਵੀ ਮਾੜਾ ਅਸਰ ਪਾਇਆ। ਸੋ ਤਬਦੀਲੀਆਂ ਦੇ ਵਿੱਚ ਅੱਗੇ ਦੇਖਾਂਗੇ ਕਬਾਇਲੀ ਸਮਾਜ ਦੇ ਲਈ ਭਲਾਈ ਦੇ ਕਈ ਯੋਜਨਾਵਾਂ, ਕਈ ਪ੍ਰੋਗਰਾਮ ਦੇਖਣ ਨੂੰ ਮਿਲੇ ਜਾਂ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਕਿਉਂਕਿ ਜਦੋਂ ਗੈਰ ਕਬਾਇਲੀ ਜਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਕਬਾਇਲੀ ਸਮਾਜ ਦੇ ਲੋਕਾਂ ਦੇ ਉੱਤੇ ਸਰਕਾਰ ਦਾ ਕੰਟਰੋਲ ਹੋ ਗਿਆ ਜਾਂ ਸਰਕਾਰ ਨੇ ਨਿਯੰਤਰਣ ਰੱਖਣਾ ਸ਼ੁਰੂ ਕੀਤਾ, ਤਾਂ ਉਹ ਲੋਕਾਂ ਦੇ ਵਾਸਤੇ ਘਰ ਬਣਾਉਣ ਦੀ ਵਿਵਸਥਾ ਸ਼ੁਰੂ ਹੋਈ, ਉਹਨਾਂ ਨੂੰ ਸਿੱਖਿਆ, ਮੁਫਤ ਸਿੱਖਿਆ ਦੇਣੀ ਸ਼ੁਰੂ ਕੀਤੀ ਤੇ ਕਈ ਤਰ੍ਹਾਂ ਦੀਆਂ ਸਿਹਤ ਨਾਲ ਸੰਬੰਧਿਤ ਜੋ ਕੈਂਪ ਸੀਗੇ ਉਹ ਲਗਾਏ ਗਏ, ਜਿਸ ਨੇ ਉਹਨਾਂ ਦੀ ਸਿਹਤ ਨੂੰ ਵੀ ਸੁਧਾਰਿਆ। ਕਿਉਂਕਿ ਪਹਿਲਾਂ ਦੇ ਉਹ 'ਚ ਕੀ ਹੁੰਦਾ ਸੀ, ਪੁਰਾਤਨ ਜਾਂ ਪੁਰਾਣੇ ਸਮੇਂ ਦੇ ਵਿੱਚ ਕਬੀਲਿਆਂ ਦੇ ਲੋਕ ਮੈਡੀਕਲ ਚੀਜ਼ਾਂ ਦੇ ਉੱਤੇ ਐਵੇਂ ਵਿਸ਼ਵਾਸ ਨਹੀਂ ਸੀ ਰੱਖਦੇ, ਉਹ ਸਿਰਫ ਪੁਰਾਤਨ ਚੀਜ਼ਾਂ ਦੇ ਉੱਤੇ ਹੀ, ਜਿਵੇਂ ਕਿ ਜਾਦੂ ਟੋਣਾ ਹੈ ਜਾਂ ਕਿਸੇ ਬਿਮਾਰੀ ਨੂੰ ਦੇਸੀ ਨੁਸਖਿਆਂ ਨਾਲ, ਦੇਸੀ ਇਲਾਜ ਨਾਲ ਠੀਕ ਕਰਨਾ ਹੈ, ਸੋ ਉਹ ਸਾਰੀਆਂ ਚੀਜ਼ਾਂ ਉੱਤੇ ਵਿਸ਼ਵਾਸ ਰੱਖਦੇ ਸੀ। ਤੇ ਜੇਕਰ ਕਿਸੇ ਬਿਮਾਰੀ ਕਾਰਨ ਨਾ ਜੋ ਕਿਹੜੀ ਕੋਈ ਇਹੋ ਜਿਹੀ ਲੰਬੀ ਪ੍ਰੋਲੋਂਗ ਡਿਜ਼ੀਜ਼ ਹੈ, ਉਹਦੇ ਨਾਲ ਜੇ ਕਿਸੇ ਦੀ ਮ੍ਰਿਤੂ ਵੀ ਹੋ ਜਾਂਦੀ ਸੀ, ਤਾਂ ਕਬਾਇਲੀ ਸਮਾਜ ਦੇ ਲੋਕ ਇਹ ਸਮਝਦੇ ਸੀ ਕਿ ਇਹ ਰੱਬ ਦੀ ਕਰੋਪੀ ਹੈ ਉਹਨਾਂ ਉੱਤੇ, ਜਿਸ ਕਾਰਨ ਇਹ ਸੰਕਟ ਆਇਆ ਹੈ, ਇਹ ਸਿਹਤ ਨਾਲ ਸੰਬੰਧਿਤ ਸਮੱਸਿਆ ਆਈ ਹੈ, ਜਿਸ ਦੇ ਨਾਲ ਕਬਾਇਲੀ ਸਮਾਜ ਦੇ ਲੋਕ ਜੂਝ ਰਹੇ। ਇਸ ਤੋਂ ਇਲਾਵਾ ਗੈਰ ਕਬਾਇਲੀ ਆਦੀਵਾਸੀਆਂ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਕੀ ਹੈ, ਕਬਾਇਲੀ ਸਮਾਜ ਦੇ ਲੋਕਾਂ ਦੇ ਵਿੱਚ ਪਰਿਵਰਤਨ ਦੇਖਣੇ ਸ਼ੁਰੂ ਹੋਏ ਜਾਂ ਉੱਥੇ ਆਉਣੇ ਸ਼ੁਰੂ ਹੋਏ, ਕਿਉਂਕਿ ਜੋ ਗੈਰ ਕਬਾਇਲੀ ਲੋਕ ਸੀ ਉਹਨਾਂ ਨੇ ਆਦੀਵਾਸੀਆਂ ਦੇ ਸੰਪਰਕ ਦੇ ਵਿੱਚ ਜਦੋਂ ਆਉਣਾ ਸ਼ੁਰੂ ਕੀਤਾ ਤਾਂ ਸ਼ੋਸ਼ਣ ਵਰਗੀਆਂ ਸਮੱਸਿਆਵਾਂ ਆਈਆਂ। ਉਸ ਦੇ ਨਾਲ ਕੁਝ ਸਕਾਰਾਤਮਕ ਢੰਗ ਦੀਆਂ ਤਬਦੀਲੀਆਂ ਵੀ ਆਈਆਂ, ਜਿਵੇਂ ਲੋਕਾਂ ਨੇ ਵੱਖੋ ਵੱਖਰੇ ਜਗ੍ਹਾਵਾਂ ਤੇ ਜਾਣਾ ਸ਼ੁਰੂ ਕੀਤਾ, ਆਪਣੇ ਕਬੀਲੇ ਤੋਂ ਬਾਹਰ ਨਿਕਲ ਕੇ ਵਿਆਹ ਕਰਨੇ ਸ਼ੁਰੂ ਕੀਤੇ, ਜਿਸ ਨੂੰ ਐਗਜ਼ੋਗੈਮਸ ਜਾਂ ਜਾਤੀ ਬਾਹਰ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ, ਅਤੇ ਬਹੁ ਪਤਨੀ ਵਿਆਹ ਵਰਗੀਆਂ ਕੁਰੀਤੀਆਂ ਨੂੰ ਛੱਡ ਕੇ ਇੱਕ ਵਿਆਹੀ ਜਾਂ ਇੱਕ ਵਿਆਹ ਜੋ ਸੰਸਥਾ ਜਾਂ ਇੱਕ ਵਿਆਹ ਜੋ ਪਰੰਪਰਾ ਹੈ ਉਸਨੂੰ ਅੱਗੇ ਵਧਾਇਆ। ਤੇ ਇਸ ਦੇ ਨਾਲ ਕਈ ਤਰ੍ਹਾਂ ਦੇ ਜੋ ਪਰਿਵਾਰਿਕ ਸੰਗਠਨ ਸੀ ਜਾਂ ਪਰਿਵਾਰਿਕ ਸਮੂਹ ਸੀ ਉਸਨੂੰ ਵੀ ਇੱਕ ਸਟੇਬਲ ਬਣਾ ਦਿੱਤਾ, ਤੇ ਜਿੱਥੇ ਲੋਕ ਪਰੰਪਰਾਗਤ ਢੰਗ ਦੇ ਨਾਲ ਇਕੱਠੇ ਸੰਯੁਕਤ ਪਰਿਵਾਰ ਦੇ ਵਿੱਚ ਰਹਿੰਦੇ ਸੀ, ਉੱਥੇ ਇਹ ਤਬਦੀਲੀ ਦੇਖਣ ਨੂੰ ਮਿਲੀ ਕਿ ਆਦੀਵਾਸੀ ਲੋਕਾਂ ਨੇ ਵੀ ਜਾਂ ਕਬਾਇਲੀ ਸਮਾਜ ਦੇ ਲੋਕਾਂ ਨੇ ਵੀ ਸੰਯੁਕਤ ਪਰਿਵਾਰ ਤੋਂ ਕੇਂਦਰੀ ਪਰਿਵਾਰਾਂ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਆਪਣੇ ਇਲਾਕਿਆਂ ਤੋਂ, ਜੰਗਲਾਂ ਤੋਂ, ਆਪਣੇ ਆਦੀਵਾਸੀ ਸਮਾਜ ਜਾਂ ਸਮੁਦਾਇ ਤੋਂ ਬਾਹਰ ਨਿਕਲ ਕੇ ਜਿੱਥੇ ਕੰਮ ਕਰਦੇ ਸੀ, ਫੈਕਟਰੀਆਂ 'ਚ ਜਾਂ ਆਫਿਸ ਦੇ ਵਿੱਚ, ਉੱਥੇ ਨੇੜੇ ਜਾ ਕੇ ਘਰ ਲੈਣੇ ਸ਼ੁਰੂ ਕੀਤੇ ਜਾਂ ਫਿਰ ਉੱਥੇ ਕਿਰਾਏ ਦੇ ਘਰਾਂ ਤੇ ਰਹਿਣਾ ਸ਼ੁਰੂ ਕੀਤਾ, ਮਜ਼ਦੂਰੀ ਕਰਨੀ ਸ਼ੁਰੂ ਕੀਤੀ, ਜਿਸ ਦੇ ਨਾਲ ਉਹਨਾਂ ਨੇ ਜਦੋਂ ਫੈਕਟਰੀ ਦੇ ਵਿੱਚ ਵੀ ਜਾਂ ਵੱਖ-ਵੱਖ ਉਦਯੋਗਾਂ ਦੇ ਵਿੱਚ ਵੀ ਉਹ ਉਹਨਾਂ ਨਾਲ ਸੰਬੰਧਿਤ ਸਨ, ਤਦ ਉਹਨਾਂ ਨੇ ਵੱਖੋ ਵੱਖਰੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਅਤੇ ਜਦੋਂ ਸੰਪਰਕ ਦੇ ਵਿੱਚ ਲੋਕ ਆਉਣੇ ਸ਼ੁਰੂ ਹੋਏ ਤਾਂ ਇੱਕ ਦੂਜੇ ਨੂੰ ਸਮਝਣਾ ਜਾਂ ਫਿਰ ਅੰਤਰਜਾਤੀ ਵਿਆਹ, ਇਹ ਸਾਰੀਆਂ ਚੀਜ਼ਾਂ ਪ੍ਰਚਲਿਤ ਹੋਈਆਂ, ਜੋ ਇੱਕ ਕਿਸਮ ਨਾਲ ਕਹਿ ਸਕਦੇ ਹਾਂ ਕਿ ਕੋਈ ਨਕਾਰਾਤਮਕ ਢੰਗ ਦਾ ਪਰਿਵਰਤਨ ਨਹੀਂ ਹੈ, ਬਲਕਿ ਇੱਕ ਵਿਅਕਤੀ ਨੇ ਆਪਣੇ ਇੱਛਾ ਅਨੁਸਾਰ ਇੱਛਾ ਅਨੁਸਾਰ ਬਾਹਰ ਜਾ ਕੇ ਵਿਆਹ ਕਰਨੇ ਸ਼ੁਰੂ ਕਰਤੇ ਤੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਲੈ ਕੇ ਆਖਿਰ ਦੇ ਵਿੱਚ ਕਬਾਇਲੀ ਸੱਭਿਆਚਾਰ ਦੇ ਵਿੱਚ ਤਬਦੀਲੀ। ਸੋ ਕਿਉਂਕਿ ਜੋ ਕਬਾਇਲੀ ਸਮਾਜ ਸੀ ਉਸਦਾ ਸੱਭਿਆਚਾਰ ਇੱਕ ਅਜਿਹਾ ਸੀ ਜੋ ਹੌਲੀ ਹੌਲੀ ਅਲੋਪ ਹੁੰਦਾ ਗਿਆ ਅਤੇ ਇਹ ਇੱਕ ਤਰ੍ਹਾਂ ਦੀ ਸਮੱਸਿਆ ਵੀ ਬਣ ਗਈ। ਹੁਣ ਦੇਖੋ, ਤਬਦੀਲੀਆਂ ਦੇ ਵਿੱਚ ਸਿਰਫ ਸਕਾਰਾਤਮਕ ਢੰਗ ਦੀਆਂ ਤਬਦੀਲੀਆਂ ਦੀ ਗੱਲ ਨਹੀਂ ਕਰਾਂਗੇ, ਕਿਤੇ ਨਾ ਕਿਤੇ ਮਾੜਾ ਪ੍ਰਭਾਵ ਜਾਂ ਨਕਾਰਾਤਮਕ ਢੰਗ ਦਾ ਅਸਰ ਵੀ ਕਬਾਇਲੀ ਸਮਾਜ ਦੇ ਲੋਕਾਂ ਉੱਤੇ ਦੇਖਣ ਨੂੰ ਮਿਲਿਆ। ਸੋ ਜੋ ਲੱਕੜ ਦੇ ਉੱਤੇ ਮੀਨਾਕਾਰੀ ਕੀਤੀ ਜਾਂਦੀ ਸੀ, ਜੋ ਬਾਂਸ ਇਕੱਠਾ ਕਰਕੇ ਜੰਗਲਾਂ ਦੇ ਵਿੱਚੋਂ ਟੋਕਰੀਆਂ ਬਣਾਈਆਂ ਜਾਂਦੀਆਂ ਸੀ, ਆਪ ਔਜ਼ਾਰ ਬਣਾਏ ਜਾਂਦੇ ਸੀ ਸ਼ਿਕਾਰ ਕਰਨ ਵਾਸਤੇ ਕਿਉਂ ਨਾ ਹੋਵੇ, ਜਾਂ ਕਿਸੇ ਵੀ ਅੰਗ ਦੇ ਔਜ਼ਾਰ ਖੇਤੀ ਕਰਨ ਵਾਸਤੇ ਹਲ ਹੋ ਸਕਦਾ ਹੈ। ਸੋ ਉਹ ਸਾਰੀਆਂ ਚੀਜ਼ਾਂ
ਜੋ ਪਰੰਪਰਾਗਤ ਪੇਸ਼ਾ ਸੀ ਉਸਨੂੰ ਵੀ ਛੱਡ ਦਿੱਤਾ, ਉਹਨੂੰ ਵੀ ਹੌਲੀ-ਹੌਲੀ ਜਦੋਂ ਛੱਡਣਾ ਸ਼ੁਰੂ ਕੀਤਾ ਤਾਂ ਕਿਤੇ ਨਾ ਕਿਤੇ ਸੱਭਿਆਚਾਰ ਅਲੋਪ ਹੋ ਗਿਆ। ਕੰਧਾਂ ਦੇ ਉੱਤੇ, ਘਰਾਂ ਦੇ ਉੱਤੇ ਜਦੋਂ ਰੰਗਾਂ ਨਾਲ ਮੀਨਾਕਾਰੀ ਕੀਤੀ ਜਾਂਦੀ ਸੀ, ਉਹਨਾਂ ਦਾ ਨਾਚ, ਉਹਨਾਂ ਦੇ ਲੋਕ ਗੀਤ, ਉਹਨਾਂ ਦੀਆਂ ਪ੍ਰਥਾਵਾਂ, ਕਦਰਾਂ-ਕੀਮਤਾਂ, ਪਰੰਪਰਾਵਾਂ, ਉਹਨਾਂ ਦੇ ਵਿਸ਼ਵਾਸ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਤਬਦੀਲੀਆਂ ਆਈਆਂ। ਤੇ ਜਦੋਂ ਇੰਨੀਆਂ ਸਾਰੀਆਂ ਤਬਦੀਲੀਆਂ ਸਮਾਜ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜਾਂ ਕਬਾਇਲੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਣਗੀਆਂ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਸੱਭਿਆਚਾਰ ਵੀ ਅਲੋਪ ਹੋ ਜਾਏਗਾ। ਇਸ ਤੋਂ ਇਲਾਵਾ ਸੱਭਿਆਚਾਰ ਦੇ ਵਿੱਚ ਇਹ ਚੀਜ਼ ਜੋ ਪਹਿਲਾਂ ਵੀ ਮੈਂ ਦੁਹਰਾਈ ਸੀ, ਉਹ ਮੈਂ ਪਹਿਲਾਂ ਦੱਸੀ ਸੀ, ਉਹ ਮੈਂ ਇੱਥੇ ਦੁਹਰਾਉਣਾ ਚਾਹੁੰਦੀ ਹਾਂ ਕਿ ਜਨਮ ਸਮੇਂ, ਵਿਆਹ ਸਮੇਂ ਜਾਂ ਮੌਤ ਦੇ ਸਮੇਂ ਜਿਵੇਂ ਪੰਡਿਤ ਨੂੰ ਸਾਧਨਾ, ਜਾਂ ਫਿਰ ਉਸ ਤੋਂ ਇਲਾਵਾ ਹਿੰਦੂ ਧਰਮ ਦਾ ਪ੍ਰਭਾਵ ਇੰਨਾ ਜ਼ਿਆਦਾ ਪੈ ਗਿਆ ਸੀ ਕਿ ਲੋਕਾਂ ਨੇ, ਕਬਾਇਲੀ ਸਮਾਜ ਦੇ ਲੋਕ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਨੂੰ ਤਾਂ ਬਿਲਕੁਲ ਹੀ ਭੁੱਲ ਗਏ ਸੀ, ਉਸਨੂੰ ਨਾ ਛੱਡ ਦਿੱਤਾ ਸੀ। ਅਤੇ ਜਦੋਂ ਸੰਸਕ੍ਰਿਤੀ ਨੂੰ, ਸੱਭਿਆਚਾਰ ਨੂੰ ਛੱਡ ਦਿੱਤਾ ਜਾਏਗਾ ਤਾਂ ਉਹ ਹੌਲੀ-ਹੌਲੀ ਅਲੋਪ ਹੋਣੀ ਸ਼ੁਰੂ ਹੋ ਜਾਏਗੀ। ਕਿਉਂਕਿ ਲੋਕਾਂ ਨੇ ਜਦੋਂ ਸ਼ਿਕਾਰ ਕਰਨਾ ਹੀ ਛੱਡਤਾ ਜਾਂ ਮੱਛੀ ਫੜਨਾ ਜੋ ਉਹਨਾਂ ਦਾ ਇੱਕ ਕੰਮ ਹੁੰਦਾ ਸੀ, ਉਹ ਜਦੋਂ ਛੱਡਣੇ ਸ਼ੁਰੂ ਕੀਤੇ, ਤਦ ਉਹਨਾਂ ਨੇ ਕੀ ਹੈ, ਆਧੁਨਿਕ ਸਮਾਜ ਦੇ ਵੱਲ ਆਪਣਾ ਰੁਖ ਕਰ ਲਿਆ, ਜਾਂ ਇਹ ਕਹਿ ਸਕਦੇ ਹਾਂ ਕਿ ਆਧੁਨਿਕ ਸਮਾਜ ਦੇ ਵਿੱਚ ਰਹਿ ਕੇ ਉਹ ਵੀ ਇੱਕ ਮਾਡਰਨ ਢੰਗ ਦੇ ਨਾਲ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ। ਉਦਾਹਰਨ ਦੇ ਤੌਰ ਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ ਦੇ ਵਿੱਚ ਇੱਕ ਰਾਜ ਮਨੀਪੁਰ ਹੈ। ਸੋ ਮਨੀਪੁਰ ਦੇ ਵਿੱਚ ਵੀ ਜੇ ਜਾ ਕੇ ਦੇਖਾਂਗੇ ਤਾਂ ਲੋਕਾਂ ਨੇ ਉਵੇਂ ਹੀ ਮੋਬਾਈਲ ਫੋਨਸ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ, ਆਧੁਨਿਕ ਸਿੱਖਿਆ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ, ਰਾਜਨੀਤਿਕ ਪ੍ਰਣਾਲੀ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ, ਵੋਟ ਦਾ ਅਧਿਕਾਰ ਹੋਣਾ ਸ਼ੁਰੂ ਹੋਇਆ। ਇਹ ਸਾਰੀਆਂ ਚੀਜ਼ਾਂ ਚਲੋ ਸਕਾਰਾਤਮਕ ਢੰਗ ਦੀਆਂ ਸੀ, ਪਰਿਵਰਤਨ ਆਇਆ ਤਾਂ ਉਹਨਾਂ ਦੀ ਜ਼ਿੰਦਗੀ ਲਈ ਬਹੁਤ ਹੀ ਵਧੀਆ ਚੀਜ਼ ਸੀ। ਪਰ ਇਹਦੇ ਨਾਲ-ਨਾਲ ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਸੰਸਕ੍ਰਿਤੀ, ਉਹਨਾਂ ਦਾ ਆਪਣਾ ਸੱਭਿਆਚਾਰ ਉਹਨਾਂ ਤੋਂ ਪਿਛੜ ਗਿਆ। ਭਾਵੇਂ ਉਹ ਸੱਭਿਆਚਾਰ ਮਟੀਰੀਅਲ ਸੀਗਾ ਜਾਂ ਨੋਨ ਮਟੀਰੀਅਲ ਸੀ। ਸੋ ਇਹ ਸਾਰੀਆਂ ਚੀਜ਼ਾਂ, ਰੀਤੀ ਰਿਵਾਜ, ਪਰੰਪਰਾਵਾਂ, ਵਿਸ਼ਵਾਸ, ਕਦਰਾਂ ਕੀਮਤਾਂ ਜੋ ਪੁਰਾਣੇ ਬਜ਼ੁਰਗ ਆਪਣੇ ਅੱਗੇ ਬੱਚਿਆਂ ਨੂੰ ਦਿੰਦੇ ਸੀ, ਆਪਣੀ ਅਗਲੀ ਪੀੜ੍ਹੀ ਨੂੰ ਦਿੰਦੇ ਸੀ। ਸੋ ਇਹ ਸਾਰੀਆਂ ਚੀਜ਼ਾਂ, ਜਦੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋਇਆ, ਉੱਥੇ ਸਮਾਜ ਦੇ ਵਿੱਚ ਜੋ ਸੱਭਿਆਚਾਰ ਸੀ, ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਉਸ ਸੱਭਿਆਚਾਰ ਦੇ ਜਿਹੜੇ ਤੱਤ ਸੀ ਉਹ ਲੋਕਾਂ ਨੇ ਛੱਡਣੇ ਸ਼ੁਰੂ ਕਰ ਦਿੱਤੇ। ਸੋ ਅਖੀਰ ਦੇ ਵਿੱਚ ਇਸ ਟੌਪਿਕ ਨੂੰ ਵਾਈਂਡ ਅਪ ਕਰਦੇ ਹੋਏ ਇਹ ਕਹਿ ਸਕਦੇ ਹਾਂ ਕਿ ਅੱਜ ਦੇ ਜ਼ਮਾਨੇ ਦਾ, ਜਾਂ ਜੇ ਅੱਜ ਦੀ 21ਵੀਂ ਸਦੀ ਦੀ ਗੱਲ ਕਰੀਏ ਤਾਂ ਹੁਣ ਭਾਵੇਂ ਲੋਕ ਪਿੰਡਾਂ ਵਿੱਚ ਰਹਿ ਰਹੇ ਹਨ, ਸ਼ਹਿਰਾਂ ਦੇ ਵਿੱਚ ਜਾਂ ਕਬਾਇਲੀ ਸਮਾਜ ਦੇ ਵਿੱਚ, ਹਰ ਇੱਕ ਤਰ੍ਹਾਂ ਦੀਆਂ ਸੁਵਿਧਾਵਾਂ ਹਰ ਇੱਕ ਸਮਾਜ ਨੂੰ ਦਿੱਤੀਆਂ ਗਈਆਂ ਹਨ, ਅਤੇ ਬਿਨਾਂ ਕਿਸੇ ਭੇਦਭਾਵ ਤੋਂ, ਭਾਵੇਂ ਉਹ ਕਾਨੂੰਨੀ ਤੌਰ ਦੇ ਉੱਤੇ ਲੋਕਾਂ ਨੂੰ ਸੁਵਿਧਾਵਾਂ ਹੋਣ, ਜਾਂ ਫਿਰ ਸਮਾਜਿਕ ਤੌਰ ਉੱਤੇ ਕਈ ਤਰ੍ਹਾਂ ਦੀਆਂ ਜੋ ਪਾਬੰਦੀਆਂ ਪਹਿਲਾਂ ਲਗਾਈਆਂ ਜਾਂਦੀਆਂ ਸੀ ਕਬਾਇਲੀ ਸਮਾਜ ਦੇ ਵਿੱਚ, ਉਹ ਚੀਜ਼ਾਂ ਹੁਣ ਬਿਲਕੁਲ ਹੀ ਹਟ ਗਈਆਂ ਹਨ। ਕਿਉਂ? ਕਿਉਂਕਿ ਲੋਕਾਂ ਦੇ, ਜਾਂ ਜੋ ਕਬਾਇਲੀ ਸਮਾਜ ਦੇ ਲੋਕ ਹਨ, ਉਹਨਾਂ ਦੇ ਉੱਤੇ ਹਿੰਦੂ ਧਰਮ ਦਾ ਪ੍ਰਭਾਵ ਪੈ ਗਿਆ ਹੈ, ਈਸਾਈ ਧਰਮ ਦਾ ਪ੍ਰਭਾਵ ਪੈ ਗਿਆ ਹੈ। ਸੋ ਹਿੰਦੂ ਅਤੇ ਈਸਾਈ ਧਰਮ ਦਾ ਪ੍ਰਭਾਵ ਪੈਣਾ ਸੁਭਾਵਿਕ ਹੈ। ਇਸ ਦੇ ਪਿੱਛੇ ਇੱਕ ਮੁੱਖ ਕਾਰਨ ਹੈ, ਕਿਉਂਕਿ ਜਦੋਂ ਉਹ ਲੋਕ ਗਰੀਬ ਸੀ, ਉਹ ਪਿਛੜੇ ਹੋਏ ਲੋਕ ਸੀ, ਜੰਗਲਾਂ ਦੇ ਵਿੱਚ ਰਹਿੰਦੇ ਸੀ, ਤਾਂ ਉਹਨਾਂ ਦੀ ਸਹਾਇਤਾ ਜਾਂ ਉਹਨਾਂ ਦੀ ਮਦਦ ਲਈ ਈਸਾਈ ਮਿਸ਼ਨਰੀਜ਼ ਜਾਂ ਫਿਰ ਹਿੰਦੂ ਧਰਮ ਅੱਗੇ ਆਇਆ, ਜਿਨ੍ਹਾਂ ਨੇ ਉਹਨਾਂ ਨੂੰ ਰੋਟੀ, ਕੱਪੜਾ, ਮਕਾਨ ਵਰਗੀਆਂ ਕਈ ਸੁਵਿਧਾਵਾਂ ਦੇਣੀਆਂ ਸ਼ੁਰੂ ਕੀਤੀਆਂ। ਸੋ ਜਿੱਥੇ ਇੱਕ ਵਿਅਕਤੀ ਜੋ ਆਪਣੀ ਆਰਥਿਕ ਸਥਿਤੀ ਤੋਂ ਇੰਨਾ ਜੂਝ ਰਿਹਾ ਹੈ, ਜਾਂ ਫਿਰ ਉਹ ਆਪਣੀ ਆਰਥਿਕ ਸਥਿਤੀ ਕਾਰਨ ਸਮਾਜ ਦੇ ਵਿੱਚ ਬਹੁਤ ਹੀ ਔਖੇ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ, ਸੋ ਜਦੋਂ ਇਹ ਕੋਈ ਸੰਸਥਾ ਜਾਂ ਕੋਈ ਧਰਮ ਇਸ ਢੰਗ ਦੇ ਉਹਨਾਂ ਨੂੰ ਬੈਨੀਫਿਟਸ ਜਾਂ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਲੋਕ ਉਸਨੂੰ ਸਵੀਕਾਰ ਕਰਦੇ ਹਨ ਅਤੇ ਆਪਣੇ ਆਪ ਨੂੰ ਵੀ ਉਸ ਧਰਮ ਦੇ ਵਿੱਚ ਪਰਿਵਰਤਿਤ ਕਰ ਲੈਂਦੇ ਹਨ। ਸੋ ਜਿਵੇਂ ਕਿ ਸੰਸਕ੍ਰਿਤੀ ਦੇ ਵਿੱਚ ਪਰਿਵਰਤਨ ਦੀ ਗੱਲ ਹੋਈ ਹੈ, ਉਵੇਂ ਹੀ ਧਰਮ ਪਰਿਵਰਤਨ ਵੀ ਇੱਕ ਤਰ੍ਹਾਂ ਦੀ ਤਬਦੀਲੀ ਜਾਂ ਪਰਿਵਰਤਨ ਸੀ, ਜੋ ਕਬਾਇਲੀ ਸਮਾਜ ਦਾ ਹਿੱਸਾ ਬਣ ਗਿਆ। ਤੇ ਅੱਜ ਕੱਲ੍ਹ ਦਾ ਜੇ ਦੇਖੀਏ ਤਾਂ ਬਹੁਤ ਘੱਟ ਕਬਾਇਲੀ ਸਮਾਜ ਦੇ ਲੋਕ ਹੋਣਗੇ ਜੋ ਪੁਰਾਤਨ ਸਮੇਂ ਦੇ ਵਾਂਗ ਹੀ ਜੰਗਲਾਂ ਦੇ ਵਿੱਚ ਰਹਿ ਰਹੇ ਹਨ, ਜਾਂ ਫਿਰ ਆਪਣੀ ਜੋ ਉਹਨਾਂ ਨੇ ਸੰਸਕ੍ਰਿਤੀ ਹੈ, ਭਾਵੇਂ ਉਹ ਭੌਤਿਕ ਹੈ ਜਾਂ ਅਭੌਤਿਕ ਸੰਸਕ੍ਰਿਤੀ ਹੋਵੇ, ਮਟੀਰੀਅਲ ਜਾਂ ਨਾਨ ਮਟੀਰੀਅਲ ਜਿਸ ਨੂੰ ਕਿਹਾ ਜਾਂਦਾ ਹੈ, ਸੋ ਉਹ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਿਆ ਹੈ। ਸੰਭਾਲ ਕੇ ਨਾ ਰੱਖਣ ਦਾ ਇੱਕ ਮੁੱਖ ਕਾਰਨ ਇਹੀ ਹੈ ਕਿ ਆਧੁਨਿਕੀਕਰਨ ਆਇਆ ਹੈ, ਪੱਛਮੀਕਰਨ ਆਇਆ ਹੈ, ਅਤੇ
ਇਸ ਦੇ ਨਾਲ ਉਦਯੋਗ ਆਇਆ ਹੈ, ਉਦਯੋਗੀਕਰਨ ਦੇਖਣ ਨੂੰ ਮਿਲਿਆ, ਜਿਸ ਨੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਲੈ ਕੇ ਆਉਂਦੀਆਂ। ਕੁਝ ਤਬਦੀਲੀਆਂ ਸਕਾਰਾਤਮਕ ਢੰਗ ਦੇ ਨਾਲ ਕਬਾਇਲੀ ਸਮਾਜ ਨੇ ਉਸ ਚੀਜ਼ ਨੂੰ ਅਸੈਪਟ ਕੀਤਾ, ਤੇ ਕੁਝ ਤਬਦੀਲੀਆਂ ਨਕਾਰਾਤਮਕ ਢੰਗ ਨਾਲ ਆਈਆਂ। ਉਦਾਹਰਨ ਦੇ ਤੌਰ ਤੇ ਜਿਵੇਂ ਸੰਸਕ੍ਰਿਤੀ ਦੀ ਗੱਲ ਹੋਈ ਹੈ ਜਾਂ ਧਰਮ ਦੀ ਗੱਲ ਹੋਈ ਹੈ। ਸੋ ਇਸ ਢੰਗ ਨਾਲ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਜੋ ਪਰਿਵਰਤਨ ਹੈ ਉਹ ਕਿਸ ਢੰਗ ਦੇ ਨਾਲ ਇੱਕ ਸਮਾਜ ਦਾ ਹਿੱਸਾ ਬਣ ਜਾਂਦਾ ਹੈ, ਅਤੇ ਉਹ ਸਮਾਜ ਵੀ ਵੱਖੋ ਵੱਖਰੇ ਸਮਾਜਾਂ 'ਚ ਵੰਡਿਆ ਹੋਇਆ ਹੈ। ਸੋ ਜੋ ਵੀ ਵਿਅਕਤੀ ਇਸ ਸਮਾਜ ਦਾ ਹਿੱਸਾ ਬਣਦਾ ਹੈ, ਉਹ ਚੇਤਨ ਰੂਪ ਦੇ ਵਿੱਚ ਜਾਂ ਅਚੇਤਨ ਰੂਪ ਦੇ ਵਿੱਚ ਉਸ ਪਰਿਵਰਤਨ ਨੂੰ ਆਪਣੀ ਜ਼ਿੰਦਗੀ ਦਾ ਵੀ ਹਿੱਸਾ ਬਣਾ ਲੈਂਦਾ ਹੈ। ਸੋ ਇੱਥੇ ਹੀ ਇਹ ਵਿਸ਼ਾ ਖਤਮ ਹੁੰਦਾ ਹੈ। ਧੰਨਵਾਦ।